ਅੱਜ ਆਪਾਂ ਇਹ ਕਬੀਰ ਜੀ ਦੀ ਜਿਹੜੇ ਸ਼ਲੋਕ ਲੈ ਰਹੇ ਹਾਂ 1372 ਅੰਗ ਦੇ ਉੱਤੇ 140ਵਾਂ ਸ਼ਲੋਕ ਲੈ ਰਹੇ ਹਾਂ। ਇਹ ਜਿਹੜੇ ਆਖਰੀ ਦੇ ਵਿੱਚ ਦਿੱਤੇ ਹੋਏ ਆ। ਇਸ ਤੋਂ ਬਾਅਦ ਫਰੀਦ ਜੀ ਦੇ ਸ਼ਲੋਕ ਹੈਗੇ। कबीर रोड़ा होए रहो बाट का तज मन का अभिमान, ऐसा कोई दास होए ताहे मिले भगवान। कबीर रोड़ा होए रहो बाट का तज मन का अभिमान। ये जिहड़ा रस्ता हैगा ये ਜਿਹੜਾ ਕਿ ਨਾਮ ਵਾਲੀ ਜਿਹੜੀ ਹੈਗੀ, ਸ਼ਬਦ ਅਭਿਆਸ ਵਾਲੀ ਜਿਹੜੀ ਹੈਗੀ, ਸੁਰਤ ਨੂੰ ਅੰਦਰ ਲਿਜਾਣ ਵਾਲੀ ਜਿਹੜੀ ਹੈਗੀ, ਡੰਗੋਰੀ ਜਿਹੜੀ ਹੈਗੀ ਫੜਨ ਦੇ ਨਾਲ ਲੱਭਦਾ ਹੈ ਰਸਤਾ। ਟੋ ਕੇ ਰਸਤਾ ਬਣਾਉਣਾ ਪੈਂਦਾ ਆ। ਉਸ ਰਸਤੇ ਦੇ ਉੱਤੇ, ਇਸ ਬਾਟ ਦੇ ਉੱਤੇ ਜੇ ਤੂੰ ਚੱਲਣਾ ਚਾਹੁੰਦਾ ਆ ਤੇ ਨਿਮਰਤਾ ਧਾਰਨ ਕਰ, ਮਨ ਦੀ ਗਰੀਬੀ ਰੱਖ। ਮਨ ਦਾ ਜਿਹੜਾ ਹੈਗਾ ਤੇਰਾ ਅਭਿਮਾਨ, ਤੇਰਾ ਹੰਕਾਰ ਜਿਹੜਾ ਹੈਗਾ, ਇਹਨੂੰ ਤੱਜ ਦੇ, ਛੱਡ ਦੇ। ਕਿਉਂਕਿ ਚਾਰ ਛਪੇਰੇ ਜਿਹੜਾ ਹਰੇਕ ਦੇ ਅੰਦਰ ਉਹ ਮਾਲਕ ਪਰਮਾਤਮਾ ਹੈਗਾ ਤੇ ਉਹ ਮਾਲਕ ਦੀ ਗੇਮ ਹੈ। ਰੋਲ ਹੈਗੇ ਹਰੇਕ ਦਾ, ਇੰਡੀਵਿਜੂਅਲ ਰੋਲ ਹੈਗਾ ਆਪਣਾ ਆਪਣਾ। ਤੇਰਾ ਰੋਲ ਜੋ ਹੈਗਾ ਉਹਨੂੰ ਤੂੰ ਨਿਭਾ। ਜੇ ਕਿਤੇ ਬੁਰਾਈ ਦੇਖਦਾ ਹੈ ਤੇ ਬੁਰਾਈ ਦਾ ਟਾਕਰਾ ਕਰ, ਤੇਰਾ ਰੋਲ ਹੈਗਾ। ਤੇ ਸਾਰਿਆਂ ਦੇ ਵਿੱਚ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਨੂੰ ਦੇਖ। ਬੁਰਾਈ ਦੇ ਨਾਲ ਜਿਹੜਾ ਹੈਗਾ ਟਾਕਰਾ ਕਰਨਾ ਹੈ। ਇਨਸਾਨ ਜਿਹੜਾ ਹੈਗਾ ਉਹ ਇਨਸਾਨ ਬੁਰਾ ਨਹੀਂ ਹੁੰਦਾ, ਉਹਦੇ ਅੰਦਰ ਅਵਗੁਣ ਹੁੰਦੇ ਆ ਇਨਸਾਨ ਦੇ। ਔਰ ਆਪਣੇ ਆਪ ਨੂੰ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਜੱਜ ਨਾ ਸਮਝ, ਤਾਂ ਤੇਰੇ ਜਿਹੜੇ ਹੈਗੇ ਵਿਚਾਰ ਜਿਹੜੇ ਹੈਗੇ ਆ ਉਹ ਘਟਣਗੇ ਔਰ ਇਸ ਰਸਤੇ ਤੇ ਤੈਨੂੰ ਬਾਟ ਲੱਭੇਗੀ। कबीर रोड़ा होए रहो बाट का तज मन का अभिमान, ऐसा कोई दास होए ताहे मिले भगवान। ਇਹੋ ਜਿਹਾ ਕੋਈ ਦਾਸ ਹੋਏਗਾ। ਦਾਸ ਕਿਹਦਾ ਹੋਣਾ ਹੈ? ਹੁਣ ਦਾਸ ਜਿਹੜਾ ਹੋਣਾ ਆ ਬ੍ਰਹਮ ਗਿਆਨੀਆਂ ਦਾ, ਬ੍ਰਹਮ ਗਿਆਨ ਦਾ, ਗੁਰੂ ਦਾ, ਗੁਰੂ ਦੀ ਮੱਤ ਲੈਣੀ ਆ। ਦਾਸਤ ਭਾਵ ਦੇ ਨਾਲ ਲੈਣੀ ਆ। ਉਹ ਮਾਲਕ ਪਰਮਾਤਮਾ, ਉਹਦਾ ਦਾਸ ਹੋਣਾ ਹੈ ਆਪਾਂ ਨੇ। ਮਨ ਜਿਹੜਾ ਹੈਗਾ, ਮਨ ਦਾਸਤ ਭਾਵ ਦੇ ਨਾਲ ਦਾਸ ਹੋਵਾਂਗੇ ਤੇ ਆਪਣੇ ਅੰਦਰ ਜਗ੍ਹਾ ਬਣੇਗੀ। ਆਪਾਂ ਆਪਣੇ ਅੰਦਰ ਗਿਆਨ ਵਾਸਤੇ ਜਗ੍ਹਾ ਬਣੇਗੀ। ਜੇ ਆਪਣੇ ਅੰਦਰ ਅਭਿਮਾਨ ਆਕੜ ਹੈਗੀ ਆ ਤੇ ਫਿਰ ਆਪਾਂ ਜਿਹੜੇ ਹੈਗੇ ਕੁਛ ਵੀ ਗ੍ਰਹਿਣ ਨਹੀਂ ਕਰ ਪਾਵਾਂਗੇ। ਭਾਂਡਾ ਜਿਹੜਾ ਹੈਗਾ ਫਿਰ ਜਾਂ ਤਾਂ ਬੰਦ ਆ ਜਾਂ ਮੁੱਦਾ ਪਿਆ ਹੋਇਆ। ਹਾਂਜੀ ਗੋਰਕੀ ਸਾਹਿਬ। ਠੀਕ ਹੈ ਸਾਧ ਸੰਗਤ ਜੀ, ਦੇਖੋ ਆਪ ਜਿੰਨੀ ਵੀ ਬਾਣੀ ਪੜ੍ਹਦੇ ਜੋ, ਉਹਦੇ 'ਚ ਕੇਵਲ ਇੱਕ ਹੀ ਚੀਜ਼ ਦੱਸੀ ਗਈ ਹੈ, ਦੁੱਖਾਂ ਤੋਂ ਮੁਕਤੀ ਕਿੱਦਾਂ ਪ੍ਰਾਪਤ ਕਰਨੀ ਆ, ਜੀਵਨ ਨੂੰ ਬਤੀਤ ਕਿੱਦਾਂ ਕਰਨਾ ਹੈ, ਵਿਧੀ ਕੀ ਹੈ, ਟੈਕਨੀਕ ਕੀ ਹੈ। ਫਿਰ ਉਹ ਕਹਿੰਦੇ ਨੇ ਤਿੰਨ ਤਰੀਕੇ ਨੇ ਇੱਕ ਚੰਗੇ ਜੀਵਨ ਨੂੰ ਬਤੀਤ ਕਰਨ ਦੇ ਲਈ। ਪਹਿਲਾ ਗਿਆਨ ਮਾਰਗ, ਕਰਮ ਮਾਰਗ, ਭਗਤੀ ਮਾਰਗ। ਹਰ ਇੱਕ ਤੁਕ ਦੇ ਵਿੱਚ ਤੁਹਾਨੂੰ ਕੇਵਲ ਜਿਉਣਾ ਕਿੱਦਾਂ ਹੈ, ਦੁੱਖਾਂ ਤੋਂ ਮੁਕਤੀ ਕਿੱਦਾਂ ਪ੍ਰਾਪਤ ਕਰਨੀ ਹੈ, ਅਗਿਆਨ ਤੋਂ ਕਿੱਦਾਂ ਮੁਕਤੀ ਪ੍ਰਾਪਤ ਕਰਨੀ ਹੈ, ਭਰਮ ਤੋਂ ਕਿੱਦਾਂ ਮੁਕਤੀ ਪ੍ਰਾਪਤ ਕਰਨੀ ਹੈ, ਇਹਦੇ ਬਾਰੇ ਸਾਨੂੰ ਕੇਵਲ ਸਮਝਾਇਆ ਗਿਆ ਹੈ। ਰਸਤਾ ਵੀ ਦੱਸਿਆ ਹੈ, ਸਮੱਸਿਆਵਾਂ ਵੀ ਦੱਸੀਆਂ ਨੇ। ਕਹਿੰਦੇ ਨੇ ਮਨ ਮੈਲੇ ਤੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਵੇ। ਕਹਿੰਦੇ ਮਨ 'ਚ ਤੇਰਾ ਮੈਲਾ ਹੈ
सब कुछ तेनों बुरा लगेगा। दूसरी तरफ ये भी कहते ने कि मन सूखम चीज है कि जे तन नूं धोण ना लग जी, क्योंकि तन धोण दे नाल तेरा मन चंगा नहीं हो सकता। इस चीज को अंडरस्टैंड कर। फिर सुखम है वो मन कित्थे रहिंदा है। किसी डॉक्टर नूं किसी इंजीनियर नूं पुछो, वो कहंदे भाजी इदां दी कोई चीज चाज नहीं हैगी। हाँ ये ब्रेन हैगा, ब्रेन दे विच सारा कुछ तुहाडे चलदा है। ते जदों ब्रेन डेड हो गया, एक एक दर्शन शास्त्र हैगा, ਉਹਦਾ नाम मैनूं भुल गया यार। वो कहता है कि तेरा तन ही आत्मा है। जदों तेरा तन नष्ट हो गया ते तू भी नष्ट हो गया। कोई जमना कोई मरना इदां दा कोई सिस्टम नहीं हैगा। अपने आप ही बीज पैदा हो रहा है, खत्म हो रहा है। नाम मैनूं भुल गया। पुराना दर्शन शास्त्र है, वड्डे वड्डे ग्रंथां च उस दर्शन शास्त्र का नाम आउंदा है। कल दसांगा मैं तुहानूं। वो कहंदे इदां दे चक्करां च ना पाओ। भावें तू अपने शरीर नूं कर्जा चुक, इस नूं चंगा आहार दे, इहदी चंगी टेक केयर कर, क्योंकि तेरा शरीर ही तेरी आत्मा है। पर बाणी कहती है नहीं, जिहड़ा तुहाडा विधान है वो गलत है, क्योंकि शरीर दे विच कुछ है, वो शरीर च काम करता है। जदों वो शरीर का त्याग कर दिंदा है तो फिर क्यों नहीं शरीर बोलता? कित्थे चला गया? वो कित्थों आया, कित्थों चला गया? मां दे गर्भ च कित्थों प्रवेश किया? तेरे शरीर जदों काम दा नहीं रहिंदा, जदों अज वो एक्सीडेंट होया, बुढ़ापा और विचों उड़ गया, चला गया। ਉਹਨਾਂ ਦੀ ਅਰਦਾਸ ਕਰਨੀ ਗੁਰਕੀ ਸਾਹਿਬ, ਅੱਜ ਅਰਦਾਸ ਕਰਨੀ ਉਹਨਾਂ ਦੀ। ठीक है जी। दीप ढिल्लों। ਹਾਂਜੀ ਹਾਂਜੀ। देखो साध संगत जी, जीवन ਨੂੰ जीवन की तकनीक बाणी दसदी है, सानू सिखाउंदी है कि जीवन ਨੂੰ किद्दां जीवन करना है। हुण तुसीं देखो बाणी च कितों आउंदी है, नानक दुखिया सब संसार। ग्रंथां च ये दस्सिया गया है, इन्हां दुखों तो तू मुक्ति किद्दां प्राप्त कर। ठीक है। इस जन्म के बारे भी दसदे ने, अगले जन्म बारे भी दस। ਉਹ ਜਿਹੜਾ ਦਰਸ਼ਨ ਸ਼ਾਸਤਰ ਗੁਰਕੀ ਸਾਹਿਬ ਤੁਸੀਂ ਕਹਿ ਰਹੇ ਹੋ, ਉਹਦੇ 6 ਦੇ ਵਿੱਚ ਆਉਂਦਾ ਹੈ। 6 ਦਰਸ਼ਨ ਸ਼ਾਸਤਰ ਦੇ ਵਿੱਚ एक हैगा सांख्या ਹੈਗਾ, सांख्या योगा न्याय वशिष्का मीमांसा ਤੇ वेदांता। एक हो रहा ਉਹ ਨਾਸਤਿਕ ਲੋਕਾਂ ਦਾ ਦਰਸ਼ਨ। ਅੱਛਾ, ਨਾਸਤਿਕ ਦਰਸ਼ਨ ਤੁਸੀਂ ਟਾਈਪ ਕਰੋ, ਹੁਣੇ ਚੈੱਕ ਕਰੋ ਨੈਟ ਤੇ, ਮੈਂ ਤੇ ਕਥਾ ਕਰਦਾ, ਤੁਸੀਂ ਲੱਭੋ ਨਾਸਤਿਕ ਦਰਸ਼ਨ ਕਿਹੜਾ ਹੈਗਾ। ਅੱਛਾ ਜੀ। आई थिंक नाम हैगा, मशहूर है, बहुत मशहूर है, सारे ਨੂੰ ਪਤਾ ਨਾਸਤਿਕ ਦਰਸ਼ਨ। ਉਹ ਸੰਗਤ, ਹਾਂਜੀ ਠੀਕ ਹੈ ਜੀ। हाँ ਲੱਭ ਲਓ, ਕੋਈ ਨਹੀਂ ਆ ਜਾਏਗਾ, ਨਹੀਂ ਤੇ ਮੈਂ ਲੱਭ ਲੈਂਦਾ। ਕੋਈ ਨਹੀਂ ਕੋਈ ਨਹੀਂ। ਉਹ ਦਰਸ਼ਨ ਸ਼ਾਸਤਰ ਜਿਹੜਾ ਦੇਖੋ, ਇਹ ਜਿਹੜੇ ਬ੍ਰਹਮ ਗਿਆਨ ਕਰਦੇ ਨੇ, ਵਿਚਾਰ ਕਰਦੇ ਨੇ, ਸਾਨੂੰ ਸਮਝਾਇਆ ਕੀ ਹੈ? ਦੁੱਖਾਂ ਤੋਂ ਮੁਕਤੀ, ਜੀਵਨ ਨੂੰ ਜੀਉਣ ਦਾ ਚੱਜ। ਉਹ ਕਹਿੰਦੇ ਆ ਕਿ ਤੂੰ ਖੱਡੀਆਂ 'ਚ ਗੱਡੀ ਮਾਰਦਾ ਹੈ, ਇੱਕ ਨਾ ਇੱਕ ਦਿਨ ਤੇਰੀ ਗੱਡੀ ਜਿਹੜੀ ਟੁੱਟ ਜਾਏਗੀ, ਤੈਨੂੰ ਪ੍ਰੋਬਲਮ ਹੋ ਜਾਣੀ। ਉਹ ਨਹੀਂ ਧਿਆਨ ਦੇਂਦੇ ਆ। ਹੁਣ ਆਪਾਂ ਨੂੰ ਜੀਵਨ ਦੀ ਕਲਾ ਸਿੱਖਣ ਵਾਸਤੇ ਬਾਣੀ ਦਾ ਸਹਾਰਾ ਲੈਣਾ ਪੈਣਾ। ਉਹਦਾ ਤੁਹਾਡੇ ਮਨ ਨੇ ਕਨਵਿੰਸ ਨਹੀਂ ਹੋਣਾ, ਉਹਨੇ ਕਹਿਣਾ ਮੈਂ ਸਹੀ ਹਾਂ, ਔਰ ਲੌਜੀਕਲੀ ਉਹ ਸਹੀ ਵੀ ਆ, ਕਿਉਂਕਿ ਉਹ ਕਹਿੰਦਾ ਹੈ ਕਿ ਜਿਹੜੀ ਚੀਜ਼ ਦਿਖਦੀ ਹੈ ਚਲੋ ਉਹਨੂੰ ਤਾਂ ਮੈਂ ਮੰਨ ਲੈਣਾ, ਜਿਹੜੀ ਚੀਜ਼ ਨਹੀਂ ਦਿਖਦੀ ਉਹਨੂੰ ਮੈਂ ਕਿੱਦਾਂ ਮੰਨਾਂ? ਉਹਦੇ ਲਈ ਮੈਨੂੰ ਸੋਲਿਡ ਐਵੀਡੈਂਸ ਚਾਹੀਦੇ ਨੇ। ਬਾਣੀ 'ਚ ਫਿਰ ਤੁਕ ਆਉਂਦੀ ਹੈ, ਜਬ ਜਾਨਾ ਤਬ ਹੀ ਮਾਨਾ। ਜਦੋਂ
ਦੇਖੋ ਤੁਹਾਡੀ ਸੁਰਤੀ ਬਾਹਰ ਗਤੀ ਆ ਕਰਦੀ ਪਈ ਤੇ ਜੀਵਨ ਦੇ ਵਿੱਚ ਕਾਫੀ ਪਰੇਸ਼ਾਨੀਆਂ ਆਉਣੀਆਂ ਨੇ ਕਿਉਂਕਿ ਸੁਰਤੀ ਬਾਹਰ ਮੁਖੀ ਹੈ। ਔਰ ਜਿੰਨਾ ਚਿਰ ਤੱਕ ਬਾਹਰ ਮੁਖੀ ਹੈ ਤੁਸੀਂ ਮਨ ਚ ਵਰਕਾ ਪਾੜ ਦੋ, ਤੁਸੀਂ ਸੁਖੀ ਹੋ ਸਕਦੇ ਜੋ। ਬਹੁਤ ਮੁਸ਼ਕਲ ਹੈ ਕੰਮ ਸਾਰੀ ਜ਼ਿੰਦਗੀ। ਫਿਰ ਕਹਿੰਦੀ ਬਾਣੀ ਚ ਇੱਕ ਤੁਕ ਆਉਂਦੀ ਆ, ਸਰਬ ਜਗਤ ਕਾ ਰਾਜਾ ਦੁਖੀਆ। ਉਹਨਾਂ ਨੇ ਕਿਹਾ ਕਿ ਤੇਰੇ ਕੋਲ ਪੈਸੇ ਆ ਜਾਣਗੇ ਤਾਂ ਸੁਖੀ ਹੋ ਜਾਏਗਾ, ਨਹੀਂ। ਉਹ ਕਹਿੰਦੇ ਬੇਸ਼ੱਕ ਕੋਈ ਰਾਜਾ ਵੀ ਬਣ ਜਾਏਗਾ ਉਹ ਵੀ ਦੁਖੀ ਰਹੇਗਾ। ਕਿਉਂ? ਕਿਉਂਕਿ ਉਹ ਸਾਡੇ ਤਨ ਦੀ ਲੋੜ ਹੈ, ਸਾਡੇ ਮਨ ਦੀ ਖੁਰਾਕ ਨਹੀਂ ਹੈ। ਮਨ ਦੀ ਖੁਰਾਕ ਚੰਗਿਆਈ ਆ, ਈਮਾਨਦਾਰੀ ਹੈ, ਵਫਾਦਾਰੀ ਹੈ। ਕਾਮ ਤੋਂ, ਕ੍ਰੋਧ ਤੋਂ, ਲੋਭ ਤੋਂ ਮੁਕਤੀ ਚਾਹੀਦੀ ਹੈ। ਤੇ ਇਹ ਜਿਹੜੀਆਂ ਚੀਜ਼ਾਂ ਜੇਕਰ ਕਰੋਗੇ ਓਨਾ ਹੀ ਤੁਹਾਡਾ ਵਿਸ਼ਾਲ ਪਾਵਰਫੁਲ ਮਨ ਬਣ ਜਾਣਾ ਹੈ, ਜਿਹਨੂੰ ਫਿਰ ਕੰਟਰੋਲ ਕਰਨਾ ਬੜਾ ਔਖਾ। ਹਾਂਜੀ ਨੀਰਜ ਸਾਹਿਬ। ਹਾਂਜੀ, ਉਹ ਨਾ 3 ਦਰਸ਼ਨ ਸ਼ਾਸਤਰ ਕਹਿ ਰਹੇ, ਨਾਸਤਿਕ ਇਹ ਤਾਂ ਇਹ ਬੁੱਧ ਨੂੰ ਕਹਿ ਰਿਹਾ ਤੇ ਜੈਨ ਨੂੰ ਕਹਿ ਰਿਹਾ ਤੇ ਚਰਵਾਕ ਨੂੰ ਕਹਿ ਰਿਹਾ। ਚਾਰਵਾਕ ਹਾਂ, ਉਹਨੇ ਉਹ ਮਹਾਤਮਾ ਬੁੱਧ ਨੂੰ ਤੇ ਜਿਹੜਾ ਜੈਨ ਧਰਮ ਹੈ ਨਾ, ਦੇਖੋ ਬੁੱਧ ਧਰਮ ਰੱਬ ਨੂੰ ਨਹੀਂ ਮੰਨਦਾ ਪਰ ਆਤਮ ਇਦਾਂ ਦਾ ਕਨਸੈਪਟ ਹੈਗਾ। So it says Gnostic darshan refers to the Jain and the Buddhist schools of thought. In other words, both the Jain and the Buddhist schools of thought are considered as the Gnostic schools. Both refuse to accept the theory of the Vedas and the Vedic rituals. ਤੁਸੀਂ ਨਾ ਪੰਜਾਬੀ ਚ ਬੋਲਿਆ ਕਰੋ ਪਲੀਜ਼, ਕਿਉਂਕਿ ਸੰਗਤ ਹੈਗੀ ਮੈਂ ਮਨੀ ਜੀ ਮੈਂ ਸਮਝਾਉਣਾ ਉਹਦਾ ਕਾਰਨ ਕੀ ਆ। ਜਿਹੜੇ ਹਿੰਦੂ ਮਤ ਦੇ ਵਿੱਚ ਨਾਸਤਿਕ ਪਤਾ ਕਿਹਨੂੰ ਕਹਿੰਦੇ ਨੇ? ਉਹ ਕਹਿੰਦੇ ਤੁਸੀਂ ਰੱਬ ਨੂੰ ਮੰਨੋ ਨਾ ਮੰਨੋ, ਜੇਕਰ ਤੁਸੀਂ ਹਿੰਦੂ ਵੈਦਿਕ ਗ੍ਰੰਥਾਂ ਨੂੰ ਮੰਨਦੇ ਜੋ ਤੇ ਤੁਸੀਂ ਆਸਤਿਕ ਜੋ। ਉਹ ਜਿਹੜੇ ਜੈਨ ਤੇ ਜਿਹੜਾ ਬੁੱਧ ਧਰਮ ਆ ਉਹਨੂੰ ਨਾਸਤਿਕ ਕਿਉਂ ਕਹਿੰਦੇ ਨੇ? ਉਹ ਇਹਨਾਂ ਦੇ ਗ੍ਰੰਥਾਂ ਨੂੰ ਵੀ ਨਹੀਂ ਮੰਨਦੇ। ਪ੍ਰੋਬਲਮ ਹੈ, ਇਸ ਕਰਕੇ ਕੰਟਰੋਵਰਸੀ ਹੈ। ਹਾਂਜੀ, ਉਹ ਜਿਹੜਾ ਦਰਸ਼ਨ ਹੈ ਨਿਜਰ ਸਾਹਿਬ, ਕਿਹੜਾ ਚਾਰਵਾਕ ਕਹਿੰਦਾ ਹੈ ਕਿ ਤੂੰ ਆਪਣੇ ਸਰੀਰ ਦਾ ਧਿਆਨ ਰੱਖ, ਇਹਨੂੰ ਚੰਗਾ ਖਵਾ, ਚੰਗਾ ਪਿਆ, ਇਹਦੀ ਕੇਅਰ ਕਰ। ਭਾਵੇਂ ਤੈਨੂੰ ਘਿਓ ਮੁੱਲ ਲੈ ਕੇ ਜਾਂ ਉਧਾਰ ਲੈ ਕੇ ਪੀਣਾ ਪਵੇ, ਤੈਨੂੰ ਪੀ, ਕਿਉਂਕਿ ਤੇਰਾ ਸਰੀਰ ਹੀ ਤੇਰਾ ਆਖਰੀ ਹਥਿਆਰ ਹੈ। ਕਿਉਂਕਿ ਬੜੀ ਪਾਵਰਫੁਲ ਚੀਜ਼ ਹੈ, ਜਦੋਂ ਡੈਮੇਜ ਹੋ ਜਾਂਦੀ ਹੈ ਫਿਰ ਤੇਰੀ ਬੁੱਧੀ ਇੱਕਦਮ ਟਿਕਾਣੇ ਆ ਜਾਣੀ। ਪਰ ਉਹ ਸਰੀਰ ਤੱਕ ਬੈਠੇ ਨੇ। ਪਰ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਨਹੀਂ, ਸਰੀਰ ਵੀ ਤੇਰਾ ਜ਼ਰੂਰੀ ਹੈ, ਪਰ ਸਰੀਰ ਇੱਕ ਸਰਟਨ ਪੁਆਇੰਟ ਤੱਕ ਤੇਰੇ ਕੰਮ ਆਉਂਦਾ ਹੈ। ਕਿਉਂਕਿ ਮਨ ਤੇ ਤਨ ਦੋਨੋਂ ਅਲੱਗ-ਅਲੱਗ ਨੇ। ਭਾਵਨਾਵਾਂ, ਇੱਛਾਵਾਂ ਜਿਹੜੀਆਂ ਤੇਰੇ ਅੰਦਰ ਨੇ, ਤੂੰ ਉਹਨਾਂ ਨੂੰ ਵੀ ਵਾਚ ਕਰ। ਇਸ ਕਰਕੇ ਜੀਵਨ ਦੀ ਕਲਾ ਕਹਿ ਸਕਦੇ ਜੋ ਧਰਮ ਦਾ ਮਤਲਬ, ਜਿੱਦਾਂ ਇੱਕ ਤੁਸੀਂ ਇਹ ਕਹਿ ਲਓ ਕਿ ਇੱਕ ਡਰਾਈਵਰ ਜਿਹਨੂੰ ਚੰਗੀ ਤਰ੍ਹਾਂ ਪਤਾ ਹੈ ਗੱਡੀ ਕਿੱਦਾਂ ਚਲਾਉਣੀ ਆ, ਗੱਡੀ ਹੀਟ ਹੋ ਜਾਏ ਤੇ ਫਿਰ ਗੱਡੀ ਬੰਦ ਕਰ ਦੋ, ਉਹਦਾ ਪਾਣੀ, ਉਹਦਾ ਤੇਲ ਚੈੱਕ ਕਰੋ, ਟਾਇਰਾਂ ਦੀ ਹਵਾ ਚੈੱਕ ਕਰੋ, ਪ੍ਰੋਪਰ ਸਰਵਿਸ ਕਰਾਓ, ਉਹਨੂੰ ਧੋ, ਉਹਨੂੰ ਸਾਂਭੋ, ਲੋਡ ਉਹਨਾਂ ਕੀ ਲੱਦੋ ਜਿੰਨਾ ਕੋ ਚੁੱਕ ਲੇ। ਠੀਕ ਹੈ ਨਿਜਰ ਸਾਹਿਬ? ਬਿਲਕੁਲ। ਇਹੋ ਧਰਮ ਹੈ। ਧਰਮ ਵੀ ਕਹਿੰਦਾ ਹੈ ਕਿ ਤੂੰ ਇਹ ਜੀਵਨ ਨੂੰ ਜਿਉਣਾ ਕਿੱਦਾਂ ਹੈ, ਤੂੰ ਇਹ ਕਲਾ ਸਿੱਖ। ਕਿਉਂਕਿ ਜੇ ਤੂੰ ਨਹੀਂ ਸਿੱਖੇਗਾ, ਕਿਉਂਕਿ ਇਹ ਜੀਵਨ ਇਹ ਕੋਈ ਇਹ ਨਹੀਂ ਹੈ ਕਿ ਜੋ ਤੂੰ ਦੇਖ ਲਿਆ ਹੈ, ਜੋ ਤੂੰ ਖਾ ਪੀ ਲਿਆ, ਮਿੱਟੀ ਹੋ ਜਾਣਾ ਮੁੜ ਕੇ ਸਭ ਕੁਝ। ਕਿਉਂਕਿ ਇਹ ਕੇਵਲ ਤੇਰਾ ਇੱਕ ਰੂਪ ਹੈ, ਇੱਕ ਟੈਂਪਰੇਰੀ ਹੈ। ਤੇਰੇ ਅੰਦਰ ਇੱਕ ਚੇਤਨਾ ਹੈ ਜੋ ਬਾਹਰ ਮੁਖੀ ਹੈ, ਔਰ ਇਸ ਕਰਕੇ ਤੂੰ ਦੁਖੀ ਹੈ, ਪਰੇਸ਼ਾਨ ਹੈ। ਔਰ ਜੇਕਰ ਇਹ ਬਾਹਰ ਮੁਖੀ ਗਤੀ ਕਰਦੀ ਜਾਂਦੀ ਹੈ, ਤੂੰ ਇਸ ਸੰਸਾਰ ਤੋਂ ਬੜਾ ਨਿਰਾਸ਼ ਹੋ ਕੇ ਜਾਵੇਂਗਾ, ਕਿਉਂਕਿ ਤੂੰ ਉਸ ਸੁੱਖ ਨੂੰ ਨਹੀਂ ਮਾਣ ਸਕਦਾ। ਜਿਸ ਸੁੱਖ ਨੂੰ ਮੰਨਣ ਦੇ ਲਈ ਪਦਾਰਥ ਹੋਣੇ ਜਾਂ ਨਾ ਹੋਣੇ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਨਹੀਂ ਕਿ ਸਾਧ ਸੰਗਤ ਜੀ ਆਪਾਂ ਕੰਮ ਨਹੀਂ ਕਰਨਾ, ਕੰਮ ਕਰੋ, ਜੌਬ ਕਰੋ। ਇੱਥੋਂ ਤੱਕ ਮੈਂ ਤੇ ਇਹ ਵੀ ਕਹਿਣਾ, ਜੇ ਕੋਈ ਬੁੱਢਾ ਬੰਦਾ ਹੋ ਗਿਆ ਉਹ ਕੰਮ ਕਰੇ, ਹਾਂ ਹੋਰ ਕੋਈ ਜ਼ਿਆਦਾ ਪੈਸੇ ਨੇ ਤੇ ਉਹ ਕੋਈ ਭਲੇ ਲਈ ਲੋਕਾਂ ਦੀ ਮਦਦ ਕਰਦਾ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ।
ਵਿਹਲੇ ਨਹੀਂ ਬਹਿਣਾ, ਕਿਉਂਕਿ ਸਰੀਰ ਆ, ਇਹਨੂੰ ਜਿੰਨਾ ਤੁਸੀਂ ਰਗੜੋਗੇ ਉਹਨਾਂ ਤੁਸੀਂ ਸੁਖੀ ਰਹੋਗੇ, ਔਰ ਜਿੰਨਾ ਇਹਦੇ ਚ ਆਲਸ ਪੈ ਗਿਆ ਤੁਸੀਂ ਉਨੇ ਹੀ ਪਰੇਸ਼ਾਨ ਹੋ ਜਾਣਾ। ਠੀਕ ਹੈ ਜੀ। ਦੇਖੋ ਹੁਣ ਕਬੀਰ ਜੀ ਕਹਿੰਦੇ ਰੋੜਾ ਹੋਏ ਰਹੁ ਬਾਟਕਾ ਤਜ ਮਨ ਕਾ ਅਭਿਮਾਨ। ਉਹ ਕਹਿੰਦੇ ਜਿੱਦਾਂ ਰਾਹ ਦੇ ਰੋੜੇ ਦੇ ਵਿੱਚ ਕੋਈ ਅਣਖ ਨਹੀਂ ਹੁੰਦੀ, ਉਹ ਚ ਕੋਈ ਹਉਮੈ ਵੀ ਨਹੀਂ ਹੁੰਦੀ, ਠੁੱਡ ਮਾਰਦੇ ਨੇ ਕਿਤੇ ਉੱਧਰ ਤੇ ਕਿਤੇ ਉੱਧਰ, ਉਸ ਰੋੜੇ ਵਾਂਗੂ ਆਪਣਾ ਜੀਵਨ ਬਤੀਤ ਕਰ, ਕਿਉਂਕਿ ਤੇਰੀਆਂ ਜਿਹੜੀਆਂ ਆਲਤੂ ਦੀਆਂ ਭਾਵਨਾਵਾਂ ਨੇ ਉਹਨਾਂ ਦੇ ਵਾਸਤੇ ਜ਼ਿਆਦਾ ਜਗ੍ਹਾ ਨਹੀਂ ਹੈ। ਔਰ ਜਦੋਂ ਤੂੰ ਭਾਵਨਾ ਦਾ ਟੋਕਰਾ ਲੈ ਕੇ ਚੱਲੇਂਗਾ ਤੇ ਸੰਸਾਰ ਦੇ ਵਿੱਚ ਤੈਨੂੰ ਦੁੱਖਾਂ ਤੋਂ ਇਲਾਵਾ ਕੁਝ ਵੀ ਨਹੀਂ ਮਿਲਣਾ। ਔਰ ਇਸੇ ਤਰ੍ਹਾਂ ਆਪਾਂ ਕਰਦੇ ਹਾਂ, ਆਪਾਂ ਜਦੋਂ ਜ਼ਿਆਦਾ ਫੀਲਿੰਗਸ ਲੈ ਕੇ ਘੁੰਮਦੇ ਹਾਂ ਨਾ, ਹੁਣ ਆਪਾਂ ਸੋਚਦੇ ਕਿ ਅਗਲਾ ਸਾਡਾ ਮਨ ਪੜੇ, ਫਿਰ ਨਹੀਂ ਪੜਦਾ, ਫਿਰ ਦੁੱਖ ਪਹੁੰਚਦਾ ਕਿਉਂਕਿ ਉਹਨੇ ਤੇ ਉਦਾਂ ਕੀਤਾ ਨਹੀਂ। ਆਪਾਂ ਹੁਣ ਗਏ ਵਿਆਹ ਤੇ, ਉੱਥੇ ਕਹੀਦਾ ਜੀ ਸਾਨੂੰ ਤੇ ਉਹਨੇ ਰੋਟੀ ਨਹੀਂ ਪੁੱਛੀ, ਉਹ ਬੰਦਾ ਪੁੱਛੇ ਕਾਊਂਟਰ ਤੇ ਲੱਗੀ ਸੀ ਜੀ ਸਾਹਿਬ, ਬਿਲਕੁਲ ਖਾ ਲਓ ਜਿੱਥੇ ਦੁਨੀਆ ਖਾਣ ਦੀ ਸੀ, ਉਹ ਨਹੀਂ ਸਾਨੂੰ ਉਹਨਾਂ ਨੇ ਸਵਾਗਤ ਨਹੀਂ ਕੀਤਾ। ਤੋ ਹੁਣ ਦੁਨੀਆ ਬਦਲ ਗਈ ਆ। ਔਰ ਮੈਨੂੰ ਚੰਗੀ ਤਰ੍ਹਾਂ ਪਤਾ, ਪਿੰਡ ਦੇ ਵਿੱਚ ਨਾਈ ਸੁਨਾਹ ਦੇ ਕੇ ਆਉਂਦਾ ਸੀ ਨਿੱਜਰ ਸਾਹਿਬ, ਤੁਹਾਨੂੰ ਤੇ ਜ਼ਿਆਦਾ ਗਿਆਨ ਹੈ। ਨਾਈ ਨੇ ਜਾਣਾ ਲੋਕਾਂ ਦੇ ਘਰ ਸੁਨਾਹ ਦੇ ਕੇ ਆਉਣਾ ਬਈ ਇਹਨਾਂ ਦਾ ਵਿਆਹ ਵਾ। ਹੁਣ ਤੁਸੀਂ ਕਾਰਡ ਵੀ ਕਿਸੇ ਦੇ ਹੱਥ ਪਹੁੰਚਾ ਦੋਗੇ ਨਾ ਤੇ ਅਗਲੇ ਕਹਿੰਦੇ ਨਹੀਂ ਵੀ ਸਾਨੂੰ ਖੁਦ ਕਹਿ ਕੇ ਜਾਓ। ਨਿੱਜਰ ਸਾਹਿਬ ਬਿਲਕੁਲ, ਇਹ ਕਿੱਥੋਂ ਆ ਗਿਆ? ਇਹੀ ਤਾਂ ਅਭਿਮਾਨ ਹੈਗਾ, ਦੇਖੋ ਇਹੀ ਅਭਿਮਾਨ ਹੈਗਾ। ਕਿੰਨਾ ਪੰਗਾ ਪੈ ਗਿਆ। ਨਾਈਜੀਰੀਆ ਆਂਦੇ ਉਹ ਕਹਿੰਦੇ ਤੁਲਾ ਨੇ ਦਰ ਸਾਨੂੰ ਸਾਡੇ ਚ ਅੱਠੇ ਕੁੱਤੇ ਤੁਲਾ ਨੇ ਦਰ। ਹਾਂਜੀ ਹਾਂਜੀ, ਆਪ ਦੇਖੋ ਅਭਿਮਾਨ ਕਿੱਥੋਂ ਪੈਦਾ ਹੋ ਗਿਆ। ਅੱਜ ਕੱਲ ਤੇ WhatsApp ਤੇ ਆ ਜਾਂਦੇ ਆ ਕਾਰਡ। ਹਾਂਜੀ ਹਾਂ, WhatsApp ਤੇ ਆ ਜਾਂਦੇ ਕਾਰਡ। ਹਾਂਜੀ ਉਹ ਸੁਖੀ ਜੀ WhatsApp ਤੇ ਨਹੀਂ ਆਉਂਦੇ, ਅਗਲੇ ਪੈਸਿਆਂ ਦੀ ਫੋਟੋ ਵੀ ਖਿੱਚ ਕੇ WhatsApp ਤੇ ਭੇਜ ਦਿੰਦੇ, ਕਹਿੰਦੇ ਤੁਸੀਂ ਲੱਡੂ ਤੁਹਾਨੂੰ WhatsApp ਉਹ 500 ਦੇ ਨੋਟ ਰੱਖ ਕੇ ਲਓ ਕੀ ਕਰਦਾ ਅਗਲੇ ਨਾਲ ਡੱਬਾ ਡਿੱਗਦੇ ਰਹਿੰਦੇ, ਕਾਹਦਾ ਆਉਂਦਾ ਗਈਆਂ ਬਦਾਮਾਂ ਦਾ ਉਹਦਾ ਤੇ ਕਿਹੜੀ ਮਠਿਆਈ ਦਾ ਵਾ, ਉਹਨੇ WhatsApp ਨੂੰ ਪਤਾ ਲੰਦਾ ਗੱਲਾਂ ਝੂਠੀਆਂ ਜੇ। ਹਾਂ ਠੀਕ ਹੈ ਜੀ, ਠੀਕ ਹੈ। ਅੱਛਾ ਆਪਾਂ ਕਮ ਟੂ ਦਾ ਪੁਆਇੰਟ। ਦੇਖੋ ਅਭਿਮਾਨ ਕਿੱਥੋਂ ਪੈਦਾ ਹੋ ਗਿਆ। ਆਪਾਂ ਨਾ ਜਿਵੇਂ ਜਿਵੇਂ ਅੱਗੇ ਵੱਧ ਰਹੇ ਆ ਨਾ, ਸਾਡੇ ਦੇ ਵਿੱਚ ਹਉਮੈ ਬਹੁਤ ਆ ਰਹੀ ਹੈ। ਪਹਿਲੇ ਲੋਕਾਂ 'ਚ ਇੰਨੀ ਅਣਖ ਨਹੀਂ ਹੁੰਦੀ, ਔਖੇ ਸੀ, ਜਿੱਥੇ ਬਾਲਿਆ ਠੀਕ ਆ। ਹੁਣ ਤੁਸੀਂ ਦੇਖੋ ਲੋਕਾਂ ਦੀਆਂ ਕੀ ਕਾਮਨਾਵਾਂ ਬਹੁਤ ਨੇ, ਉਹ ਸਾਡੇ ਤੋਂ ਬਹੁਤ ਐਕਸਪੈਕਟ ਕਰਦੇ। ਤੁਸੀਂ 99% ਕੰਮ ਕੀਤੇ, ਇੱਕ ਕੰਮ ਤੁਸੀਂ ਨਹੀਂ ਕੀਤਾ, ਉਸ ਇਨਸਾਨ ਨੇ ਤੁਹਾਡੇ 99% ਕੰਮ ਤੇ ਸਵਾਹ ਪਾ ਦੇਣੀ ਆ। ਜਸਟ ਦੇਖੋ, ਉਹ ਕੋਈ ਤਕੜੀ ਚ ਨਹੀਂ ਜੋਖੇਗਾ ਕਿ ਤੁਸੀਂ 99 ਕੰਮ ਕੀਤੇ। ਉਹ ਕਹਿੰਦੇ ਨਹੀਂ ਬਈ ਇਸ ਬੰਦੇ ਨੇ ਆਹ ਕੰਮ ਨਹੀਂ ਕੀਤਾ। ਨਿੱਜਰ ਸਾਹਿਬ ਸੱਚ ਹੈ? ਬਿਲਕੁਲ ਸੱਚ ਹੈ, ਬਿਲਕੁਲ ਸਹੀ ਹੈ। 99 ਵਾਰੀ ਅਗਲਾ ਜਿਹੜਾ ਹੈਗਾ ਤੁਹਾਨੂੰ ਇੱਕ ਨਿਮਰਤਾ ਦੇ ਨਾਲ ਬੋਲਿਆ, ਇੱਕ ਵਾਰੀ ਮੰਨ ਲਓ ਉਹ ਅਗਲਾ ਕਿਤੇ ਔਖਾ ਹੋ ਗਿਆ ਜਾਂ ਕੁਛ ਹੋ ਗਿਆ, ਉਹਨੂੰ ਬਸ ਆਪਾਂ ਨੇ ਖਤਮ, ਉਹ ਸਾਰਾ 99 ਦੇ ਲੀਕ ਮਾਰ ਦੇਣੀ। ਹਾਂ ਆਪ ਜਸਟ ਦੇਖੋ ਸਾਧ ਸੰਗਤ ਜੀ ਆਪਾਂ ਕਿੱਦਾਂ ਦੇ ਹੈਗੇ ਆ, ਕਿਤੇ ਕਿੰਨੀ ਇਹੋ ਤੇ ਲਿਖਿਆ ਉਹਨੇ ਅਭਿਮਾਨ। ਸਾਡਾ ਜਿਹੜਾ ਲੌਜਿਕ ਹੈ ਬੜਾ ਗਧਾ ਲੌਜਿਕ ਹੈ, ਏਡਾ ਵਧੀਆ ਥੋੜੀ ਆਪਾਂ ਸੋਚਦੇ ਹਾਂ। ਮੈਂ ਤੇ ਕਹਿੰਦਾ ਕਿ ਠੀਕ ਹੈ ਤੁਸੀਂ ਸਬਜ਼ੀ ਲੈਣ ਗਏ, ਤੁਸੀਂ ਉਹਨੂੰ ਕਹਿੰਦੇ ਬਈ ਵੱਟੇ ਦੇ ਬਰਾਬਰ ਜੋਖ, ਪਰ ਇੱਥੇ ਕਿਉਂ ਨਹੀਂ ਵੱਟਾ ਲਿਆਉਂਦੇ? ਆਪਾਂ ਕੋਈ ਵੱਟਾ ਉਟਾ ਨਹੀਂ ਲਿਆਉਂਦੇ। ਆਪਾਂ ਕਹਿੰਦੇ ਹਾਂ ਕਿ ਇਹਦੇ ਨਾਲ ਦਾ ਬੰਦਾ ਮਾੜਾ ਕੋਈ ਨਹੀਂ। ਮੈਨੂੰ ਰੋਟੀ ਤੇ ਪੁੱਛੀ, ਮੈਨੂੰ ਜ਼ੋਰ ਨਹੀਂ ਲਾਇਆ ਕਿ ਰੋਟੀ ਖਾ ਕੇ ਜਾਓ। ਸਾਹਿਬ ਇਹ ਵੀ ਪੰਗਾ ਜੇ, ਮੂੰਹ ਚ ਹੀ ਬੁਰਕੀਆਂ ਪਾ ਦਿੰਦੇ ਵਧੀਆ ਰਹਿਣਾ। ਪਰ ਲੋਕ ਕਿੱਦਾਂ ਕਹਿੰਦੇ ਆ, ਇਹ ਸਾਨੂੰ 4-5 ਵਾਰੀ ਨਹੀਂ ਪੁੱਛਿਆ। ਠੀਕ ਹੈ ਜੀ, ਉਹ ਕਹਿੰਦੇ ਕੰਪੈਲ ਕਰੋ, ਤੁਹਾਨੂੰ ਸਮਝਾਓ ਕਿ ਰੋਟੀ ਖਾਣੀ ਜ਼ਰੂਰੀ ਹੈ, ਤੁਸੀਂ ਖਾ ਕੇ ਇਹ ਨਹੀਂ ਖਾਵਾਂਗੇ। ਠੀਕ ਹੈ ਜੀ। ਸਾਧ ਸੰਗਤ ਜੀ ਇੱਥੇ ਆਪਾਂ ਵਿਚਾਰ ਕਰਦੇ ਹਾਂ ਬਾਣੀ ਵਿੱਚ ਕੇਵਲ ਸਾਨੂੰ ਜਿਉਣਾ ਕਿੱਦਾਂ ਹੈ, ਉਹ ਤਰੀਕਾ, ਉਹ ਵਿਧੀ ਸਮਝਾਈ ਆ। ਜੇ ਤੇ ਤੁਸੀਂ ਉਹਦੇ ਹਿਸਾਬ ਨਾਲ ਚੱਲੋਗੇ ਤੇ ਤੁਹਾਨੂੰ ਕੋਈ ਦੁੱਖ ਨਹੀਂ, ਬੜੀ ਆਸਾਨੀ ਦੇ ਨਾਲ ਤੁਸੀਂ ਭਵ ਸਾਗਰ ਤੋਂ ਪਾਰ ਲੰਘ ਜਾਓਗੇ। ਤੇ ਜੇ ਤੁਸੀਂ ਆਪਣੀ ਮੱਤ ਨਾਲ ਚੱਲੋਗੇ
ਤੇ ਫਿਰ ਕੋਈ ਗੱਲ ਨਹੀਂ, ਫਿਰ ਤੇ ਸੰਸਾਰ ਤੇ ਹੈਗਾ ਹੀ ਹੈਗਾ, ਆਪਾਂ ਇਹਨੂੰ ਗਲਤ ਨਹੀਂ ਮੈਂ ਕਹਿ ਸਕਦਾ, ਉਹ ਆਪਣੀ ਮਰਜ਼ੀ ਹੈ। ਠੀਕ ਹੈ ਜੀ, ਫਿਰ ਤਾਂ ਸੰਸਾਰ ਦੇ ਵਿੱਚ ਰਹਿਣਾ ਹੈ ਨਾ, ਹਾਂ ਆਪਣੀ ਮਰਜ਼ੀ ਨਾਲ ਚੱਲਾਂਗੇ ਤੇ ਫਿਰ ਤਾਂ ਤਲੀ ਨੂੰ ਚੱਟ ਕੇ ਆਵਾਂਗੇ। ਹਾਂ ਫਿਰ ਤੇ ਬੰਦਾ ਤੁਰੇ ਜਾਂਦਾ। ਠੀਕ ਹੈ ਜੀ, ਅਗਲੀ ਤੁਕ ਬੋਲੋ ਨਜਰ ਸਾਹਿਬ। ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਦੇਖ ਲਓ, ਦਾਸ ਦੀ ਗੱਲ ਕਰ ਰਹੇ, ਕਹਿੰਦੇ ਕਿ ਜਿਹੜਾ ਨਿਮਰਤਾ ਨੂੰ ਗ੍ਰਹਿਣ ਕਰੂਗਾ, ਦਾਸਤ ਭਾਵ ਦੇ ਨਾਲ ਚੱਲੂਗਾ ਤੇ ਉਹਨੂੰ ਪਰਮਾਤਮਾ ਮਿਲ ਜੂਗਾ। ਜਿਵੇਂ ਕਿ ਰੋੜਾ ਹੁੰਦਾ ਹੈ, ਕਿਤੇ ਜਿਹੜਾ ਹੈਗਾ ਇੱਕਦਮ ਚਰਨਾਂ ਦੇ ਵਿੱਚ ਰਹਿੰਦਾ। ਹੁਣ ਅੱਗੇ ਕਬੀਰ ਜੀ ਕਹਿੰਦੇ ਆ ਕਿ ਰੋਡ, ਹਾਂਜੀ ਹਾਂਜੀ ਗੁਰੂ ਸਾਹਿਬ, ਇੱਕ ਸੈਕਿੰਡ, ਜਿੱਥੇ ਇੱਥੇ ਤੁਕ ਕਲੀਅਰ ਕਰਨੀ ਬੜੀ ਜ਼ਰੂਰੀ ਆ। ਨਿਮਰਤਾ ਰੱਖਣੀ ਬਹੁਤ ਵਧੀਆ ਹੈ। ਹੁਣ ਚਾਈਨਾ ਨੇ ਇੰਡੀਆ ਦਾ ਕੁਝ ਰਕਬਾ ਕਬਜ਼ੇ 'ਚ ਲੈ ਲਿਆ, ਉੱਥੇ ਤੁਹਾਨੂੰ ਧਰਮ ਕੀ ਕਹਿੰਦਾ ਹੈ, ਤੂੰ ਤੇ ਨਾ ਅਟੈਕ ਕਰ, ਪਰ ਤੇਰੀ ਜ਼ਮੀਨ ਤੇ ਕੋਈ ਕਬਜ਼ਾ ਕਰਦਾ ਹੈ ਤੇ ਸੈਲਫ ਡਿਫੈਂਸ ਕਰਨੀ ਜ਼ਰੂਰੀ ਹੈ। ਇਸ ਲਈ ਹਰਗੋਬਿੰਦ ਸਾਹਿਬ ਨੇ ਮੇਰੀ ਤੇ ਪੀਰੀ ਦੀ ਤਲਵਾਰ ਗ੍ਰਹਿਣ ਕੀਤੀ ਸੀ। ਸਹੀ ਹੈ ਨਜਰ ਸਾਹਿਬ? ਬਿਲਕੁਲ। ਹਾਂ ਦੇਖੋ ਪਲੀਜ਼, ਇੱਥੇ ਫਿਰ ਮੈਂ ਕਹਦਾ ਤੇ ਫਿਰ ਤੇ ਉਹ ਥੋੜਾ ਜਿਹਾ ਜਿੱਥੇ ਤੁਹਾਡਾ ਫਰਜ਼ ਬਣਦਾ ਹੈ, ਮਰਿਆਦਾ 'ਚ ਰਹਿ ਕੇ ਕੰਮ ਕਰੋ, ਕੋਈ ਪ੍ਰੋਬਲਮ ਨਹੀਂ ਆ। ਤੁਸੀਂ ਮਰਿਆਦਾ ਤੋਂ ਬਾਹਰ ਨਾ ਜਾਓ। ਅਗਲਾ ਅਟੈਕ ਕਰਦਾ ਹੈ, ਪਰ ਉਸ ਨਾਲ ਤੁਸੀਂ ਅੱਜ ਨਹੀਂ ਤੇ ਕੱਲ ਨੂੰ ਗੱਲ ਕਰਨੀ ਆ। ਉਹਨੂੰ ਕਹਿਣਾ ਹੈ ਕਿ ਭਾਜੀ ਉਦੋਂ ਤੇ ਮੈਂ ਚੁੱਪ ਹੋ ਗਿਆ ਸੀ, ਔਰ ਉਹ ਥੋੜਾ ਜਿਹਾ ਮਸਲਾ ਏਦਾਂ ਹੋ ਗਿਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਸੀ, ਮੈਂ ਤੁਹਾਡੀ ਗੱਲ ਚੰਗੀ ਤਰ੍ਹਾਂ ਸਮਝਿਆ ਨਹੀਂ ਜਾਂ ਮੈਂ ਸਮਝੀ ਨਹੀਂ। ਉਸ ਗੱਲ ਨੂੰ ਕਲੀਅਰ ਕਰਨਾ ਬੜਾ ਜ਼ਰੂਰੀ ਹੈ। ਨਹੀਂ ਤੇ ਕੀ ਕਰੂਗਾ ਉਹ ਬੰਦਾ, ਬਾਰ-ਬਾਰ ਤੁਹਾਡੇ ਤੇ ਅਟੈਕ ਕਰੇਗਾ। ਉਹਨੂੰ ਪੁੱਛੋ, ਉਹਨੂੰ ਗੁੱਸੇ 'ਚ ਨਹੀਂ ਪੁੱਛਣਾ, ਉਹਨੂੰ ਪੁੱਛਣਾ। ਠੀਕ ਹੈ, ਇਹ ਵੀ ਜ਼ਰੂਰੀ ਹੈ। ਧਰਮ ਦਾ ਮਤਲਬ ਆਪਣੇ ਹੱਕ ਵੀ ਲੈਣਾ ਹੈ, ਆਪਣੇ ਹੱਕ ਨੂੰ ਨਹੀਂ ਛੱਡਣਾ। ਕਿਉਂਕਿ ਫਿਰ ਉਹ ਇਹ ਥੋੜੀ ਕਿ ਬਿਲਕੁਲ ਹੀ ਇਹ ਮਤਲਬ ਉਹ ਹਉਮੈ ਦੀ ਗੱਲ ਕਰਦੇ ਆ। ਹਉਮੈ ਨਾਲ ਨਹੀਂ, ਪਰ ਤੁਸੀਂ ਆਪਣਾ ਜਿਹੜਾ ਤੁਹਾਡਾ ਬਣਦਾ ਮਾਨ ਸਨਮਾਨ ਹੈ ਉਹ ਤੁਸੀਂ ਪ੍ਰਾਪਤ ਕਰਨਾ ਹੈ। ਠੀਕ ਹੈ ਨਜਰ ਸਾਹਿਬ? ਬਿਲਕੁਲ। ਹਾਂਜੀ, ਹਉਮੈ ਦਾ ਮਤਲਬ ਜਾਣ ਬੁੱਝ ਕੇ ਨਾ ਕਿਸੇ ਨੂੰ ਪਰੇਸ਼ਾਨ ਕਰੋ। ਇਹਦਾ ਮਤਲਬ ਕੇਵਲ ਇੰਨਾ ਹੀ ਹੈ, ਤੂੰ ਮਤਲਬ ਰੋੜਾ ਬਣ ਜਾ। ਰੋੜਾ ਬਣ ਜਾ ਮਤਲਬ ਕਿ ਜੇਕਰ ਤੂੰ ਹਉਮੈ ਦੇ ਕਰਕੇ ਕੋਈ ਪੰਗਾ ਲੈਣਾ ਹੈ ਤਾਂ ਉਸ ਵਕਤ ਰੋੜਾ ਬਣ ਜੀ, ਤੂੰ ਹਉਮੈ ਦਾ ਇਸਤੇਮਾਲ ਨਾ ਕਰੀ। ਠੀਕ ਹੈ ਜੀ? ਹਾਂਜੀ ਅੱਗੇ ਚਲੀਏ। कबीर रोड़ा हुआ तो क्या भया, पंथी को दुख दे, ऐसा तेरा दास है ज्यों धरनी में खे। ਹੁਣ ਕਬੀਰ ਜੀ ਕਹਿੰਦੇ ਜੇ ਤੂੰ ਰੋੜੇ ਤੱਕ ਪਹੁੰਚ ਗਿਆ, ਇਸ ਤੋਂ ਅੱਗੇ ਹੋਰ ਦੇਖ। ਰੋੜਾ ਜਿਹੜਾ ਹੈਗਾ ਉਹ ਵੀ ਜਿਹੜਾ ਹੈਗਾ ਪੈਰ ਦੇ ਵਿੱਚ ਲੱਗ ਜਾਂਦਾ ਹੈ, ਠੋਕਰ ਲੱਗ ਜਾਂਦੀ ਹੈ, ਪੈਰ ਦੇ ਵਿੱਚ ਥੱਲੇ ਚੁੱਭ ਜਾਂਦਾ ਹੈ। ਕਹਿੰਦੇ ਉਹਦੇ ਨਾਲੋਂ ਵੀ ਬਰੀਕ, ਉਸ ਤੋਂ ਵੀ ਹੋਰ ਅੱਗੇ ਯਾਤਰਾ ਬੰਦ ਨਾ ਕਰੀ, ਹੋਰ ਅੱਗੇ ਚੱਲ, ਹੋਰ ਅੱਗੇ ਚੱਲ। ਹਾਲੇ ਤੇਰੀ ਯਾਤਰਾ ਹੈਗੀ, ਹਾਲੇ ਤੂੰ ਯਾਤਰੂ ਹੈਗਾ ਆ। ਜੇ ਰੋੜਾ ਹੋ ਗਿਆ ਤੇ ਉਸ ਤੋਂ ਵੀ ਅੱਗੇ ਚੱਲ। ਐਸਾ ਤੇਰਾ ਦਾਸ ਹੈ। ਦਾਸ ਜਿਹੜਾ ਹੈਗਾ ਉਹ ਇਹੋ ਜਿਹਾ ਹੈਗਾ ਹੁੰਦਾ ਹੈ ਦਾਸ, ਜਿਹੋ ਜਿਹਾ ਕਿ ਧਰਤੀ ਦੇ ਉੱਤੇ ਮਿੱਟੀ ਹੁੰਦੀ ਹੈ, ਖੇ ਹੁੰਦੀ ਹੈ, ਸੁਆਹ ਹੁੰਦੀ ਹੈ। ਕਹਿੰਦੇ ਇੰਨੀ ਬਰੀਕੀ ਦੇ ਵਿੱਚ ਆ ਜਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਤੂੰ ਇੱਕ ਰੋੜੇ ਦੇ ਵਾਂਗੂ ਆਪਣਾ ਜੀਵਨ ਬਤੀਤ ਕਰ, ਹਉਮੈ ਤੋਂ ਦੂਰ ਰਹਿਣਾ। ਠੀਕ ਹੈ। ਫਿਰ ਉਹ ਕਹਿੰਦੇ ਕਿ ਥੋੜਾ ਹੋਰ ਸੂਖਮ ਹੋਣਾ ਪੈਣਾ ਤੈਨੂੰ, ਪਹਿਲਾਂ ਰੋੜੇ ਤੱਕ ਤੇ ਆ। ਠੀਕ ਹੈ। ਉਹ ਕਹਿੰਦੇ ਨਹੀਂ ਹੈ ਕਿ ਸਿੱਧੀ ਤੂੰ ਖਾਕ ਬਣ ਜਾ। ਉਹ ਕਹਿੰਦੇ ਕਿ ਏਦਾਂ ਕਰ, ਪਹਿਲਾਂ ਰੋੜੇ ਤੇ, ਜਿੱਦਾਂ ਇੱਕ ਲੈਵਲ ਨਹੀਂ ਆਪਾਂ ਪਾਰ ਕਰ ਜਾਂਦੇ ਗੇਮ ਦਾ, ਬਸ ਕਿਤੇ ਪਾਰ ਕਰ ਲਿਆ, ਹੁਣ ਦੂਜਾ ਔਖਾ ਲੈਵਲ ਆ, ਥੋੜਾ ਕੰਪਲੀਕੇਟਡ ਆ, ਪਰ ਹੁਣ ਤੂੰ ਰਾਖ ਬਣ ਜਾ। ਰਾਖ ਦਾ ਮਤਲਬ ਤੇ ਇੱਥੇ ਇਹੋ ਹੀ ਆ, ਕਹਿੰਦੇ ਕਿ ਤੂੰ ਕਿਸੇ ਦੀ ਰੁਕਾਵਟ ਨਾ ਕਰ। ਮੁਕਤ ਹੋ ਜਾ। ਹਾਂ, ਕਿਸੇ ਦੇ ਰਸਤੇ ਦਾ ਰੁਕਾਵਟ ਨਾ ਹੋ, ਕਿਸੇ ਦੀ। ਹਾਂ, ਕਿਸੇ ਨੂੰ ਬਲੌਕ ਨਾ ਕਰ, ਰੜਕ ਨਾ। ਫਿਰ ਵੀ ਰਾਹ ਤੇ ਬਲੌਕ ਕਰੇਗਾ ਹੀ। ਹਾਂ, ਰੜਕ ਨਾ ਕਿਤੇ। ਚੁਭੇਗਾ ਨਾ ਜੀ, ਕਹਿੰਦੇ ਰੋੜਾ ਹੋਏਗਾ ਤਾਂ ਚੁਭੇਗਾ। ਕਹਿੰਦੇ ਉਹ ਚੋਭ ਵੀ ਨਾ ਹੋਵੇ ਤੇਰੇ ਅੰਦਰ, ਵੀ ਉਹ ਰੇਤ ਹੀ ਹੋ ਜਾ ਬਿਲਕੁਲ। ਠੀਕ ਹੈ। ਫਿਰ ਉਹ ਕਹਿੰਦੇ ਆ ਕਿ ਜਦੋਂ ਤੂੰ ਰਾਖ ਬਣ ਜਾਏਗਾ, ਮਿੱਟੀ ਬਣ ਜਾਏਗਾ, ਇੱਕ ਸਮਾਂ ਆਉਂਦਾ ਤੁਸੀਂ ਮਿੱਟੀ ਵੀ ਨਹੀਂ ਬਣਨਾ, ਮਿੱਟੀ ਵੀ ਉੱਡ ਕੇ ਲੋਕਾਂ ਦੇ ਸਿਰ 'ਚ ਪੈਣ ਡਿਆ ਪੈਂਦੀ। ਹਾਂ, ਅਗਲਾ ਸ਼ਲੋਕ ਇਹੀ ਕਹਿੰਦਾ।
ਸਹੀ ਗੱਲ ਹੈ। ਹਾਂ। ਕਿਉਂਕਿ ਮੇਰੀ ਸਕੂਟੀ ਤੇ ਬੜੀ ਪੈਂਦੀ ਤੇ ਮੈਂ ਬਹੁਤ ਗਾਲ ਕੱਢਦਾ ਕਿ ਮਿੱਟੀ ਬਹੁਤ ਅੱਛਾ ਬਾਬਾ ਜੀ ਨੇ ਵੀ ਕਹਿਤਾ ਸ਼ੁਕਰ ਹੈ ਮੇਰੀ ਸਟੇਟਮੈਂਟ ਥੋੜੀ ਸਪੋਰਟ ਹੋ ਗਈ। ਅੱਗੇ ਚਲੋ ਪਲੀਜ਼। कबीर खे हुई तो क्या पया जो उड लागे अंग हर जन ऐसा चाहिए जो पानी सरबंग। ਕਹਿੰਦੇ ਮਿੱਟੀ ਹੋ ਗਈ ਤੇ ਫਿਰ ਕੀ ਹੋ ਗਿਆ, ਉੱਡ ਕੇ ਉਹਨੇ ਸਿਰ ਦੇ ਉੱਤੇ ਪੈ ਜਾਣਾ, ਹਰੇਕ ਕੱਪੜਿਆਂ ਤੇ ਪੈ ਜਾਣਾ ਮਿੱਟੀ ਨੇ, ਅੰਗ ਦੇ ਉੱਤੇ, ਹਰੇਕ ਅੰਗ ਦੇ ਉੱਤੇ ਪੈ ਜਾਣਾ ਮਿੱਟੀ ਨੇ। ਕਹਿੰਦੇ ਪਰਮੇਸ਼ਰ ਦਾ ਭਗਤ, ਪਰਮੇਸ਼ਰ ਦਾ ਜਨ ਜਿਹੜਾ ਹੈਗਾ ਉਹ ਤਾਂ ਇਹੋ ਜਿਹਾ ਚਾਹੀਦਾ ਹੈ ਜਿਵੇਂ ਪਾਣੀ ਹੋਏ। ਪਾਣੀ ਨੂੰ ਜਿਹੜਾ ਹੈਗਾ ਜਿਹੜੇ ਮਰਜ਼ੀ ਭਾਂਡੇ ਦੇ ਵਿੱਚ ਪਾ ਲਓ, ਸਰਬੰਗ ਸਾਰੇ ਭਾਂਡਿਆਂ ਦੇ ਵਿੱਚ ਐਡਜਸਟ ਹੋ ਜਾਂਦਾ ਹੈ। ਉਹਦੀ ਆਪਣਾ ਕੁਛ ਨਹੀਂ ਹੈ, ਉਹਨੇ ਹਰੇਕ ਭਾਂਡੇ ਦੇ ਵਿੱਚ ਐਡਜਸਟ ਹੋ ਜਾਣਾ ਹੈ, ਹਰੇਕ ਦੇ ਵਿੱਚ, ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ। ਉਹਨਾਂ ਨੇ ਉਹ ਪਹਿਲਾਂ ਤੇ ਰੋੜੇ ਤੇ ਗੱਲ ਚਲਾਈ, ਫਿਰ ਕਹਿੰਦੇ ਨਹੀਂ ਰੋੜਾ ਥੋੜਾ ਜਿਹਾ ਮੁਸ਼ਕਲ ਆ, ਇਹਦਾ ਕਰ ਮਿੱਟੀ ਬਣ ਜਾ। ਫਿਰ ਉਹਨਾਂ ਦੇ ਮਨ ਚ ਵਿਚਾਰ ਆਇਆ ਕਿ ਮਿੱਟੀ ਬਣ ਜੂ, ਲੋਕਾਂ ਦੇ ਸਿਰ ਚ ਪਊ, ਖੇਡ ਆਊ, ਏਦਾਂ ਕਰਕੇ ਤੂੰ ਪਾਣੀ ਬਣ ਜਾ। ਪਾਣੀ ਇੱਕ ਐਸਾ ਤੱਤ ਹੈ, ਤੁਸੀਂ ਉਹਦੀ ਕੈਪੈਸਿਟੀ ਦੇਖਣੀ ਹੋਵੇ ਨਾ, ਪਹਿਲੀ ਗੱਲ ਪਾਣੀ ਭਾਵੇਂ ਚਿੱਕੜ ਚ ਰਹੇ ਪਰ ਪਾਣੀ ਜਿਹੜਾ ਵਾ ਉਹ ਗੰਦਗੀ ਨੂੰ ਗ੍ਰਹਿਣ ਨਹੀਂ ਕਰਦਾ। ਧੁੱਪ ਦੀ ਜਦੋਂ ਉੱਥੇ ਲਿਸ਼ਕੋਰ ਪੈਂਦੀ ਆ, ਭਾਫ ਬਣ ਕੇ ਉੱਥੋਂ ਉੱਡ ਜਾਂਦਾ। ਨਿਰਮਲ ਹੈ ਪਾਣੀ, ਬਹੁਤ ਪਵਿੱਤਰ ਹੈ, ਭਾਫ ਬਣ ਕੇ ਫਿਰ ਪਾਣੀ ਬਣ ਜਾਂਦਾ। ਪਾਣੀ ਦੇ ਵਿੱਚ ਇੱਕ ਫਲੈਕਸੀਬਿਲਿਟੀ ਬਹੁਤ ਜ਼ਿਆਦਾ ਵਾ। ਫਲੈਕਸੀਬਿਲਿਟੀ ਦਾ ਮਤਲਬ ਲਚਕ। ਦੇਖੋ ਜਦੋਂ ਤੇਜ਼ ਹਵਾ ਚੱਲਦੀ ਹੈ ਨਾ ਤੇ ਵੱਡੇ ਵੱਡੇ ਰੁੱਖਾਂ ਨੂੰ ਉਹ ਤੇਜ਼ ਹਵਾ ਪੁੱਟ ਦਿੰਦੀ, ਬਹੁਤ ਪਾਵਰਫੁਲ ਹੁੰਦੀ ਆ। ਕਿਉਂ ਪੁੱਟ ਦਿੰਦੀ ਆ? ਵਿਚਾਰੇ ਆਕਟ ਜਾਂਦੇ ਨੇ, ਬਹੁਤ ਵੱਡੇ ਤਣੇ ਨੇ ਉਹਨਾਂ ਦੇ, ਪੁੱਟ ਦਿੰਦੀ ਆ। ਪਰ ਘਾਹ ਦੇ ਵਿੱਚ ਵੇਖੋ ਫਲੈਕਸੀਬਿਲਿਟੀ ਕਿੰਨੀ ਆ, ਜਦੋਂ ਹਵਾ ਚੱਲਦੀ ਆ ਨਾ ਨਿੱਜਰ ਸਾਹਿਬ ਉਹ ਝੁਕ ਜਾਂਦਾ। ਜਦੋਂ ਹਵਾ ਲੰਘ ਜਾਂਦੀ ਆ ਤਾਂ ਫੇਰ ਵਾਪਸ ਆ ਜਾਂਦਾ। ਹੁਣ ਵੇਖੋ ਜ਼ਿੰਦਗੀ 'ਚ ਉਹਨਾਂ ਨੇ ਪਾਣੀ ਦੀ ਉਦਾਹਰਨ ਸਾਨੂੰ ਕਿਉਂ ਦਿੱਤੀ ਆ? ਕਈ ਵਾਰੀ ਸਾਨੂੰ ਝੁਕ ਜਾਣਾ ਹੀ ਸਾਡੇ ਲਈ ਹਿਤਕਾਰੀ ਹੈ, ਉੱਥੇ ਨਹੀਂ ਅੜਨਾ। ਪਾਣੀ 'ਚ ਫਿਰ ਕਿਹਾ ਮੂਰਖ ਨਾ ਲੁੱਝੀਏ, ਕਿਉਂਕਿ ਉਸ ਬੰਦੇ ਕੋਲ ਹੋ ਸਕਦਾ ਪਾਵਰ ਹੋਵੇ, ਤੁਹਾਡਾ ਕੋਈ ਨੁਕਸਾਨ ਕਰ ਦੇ, ਤੁਹਾਡੀ ਨੌਕਰੀ 'ਚ ਤੁਹਾਨੂੰ ਡਿਸਟਰਬੈਂਸ ਕਰ ਦੇ। ਫਿਰ ਉਸ ਟਾਈਮ ਤੇ ਤੁਸੀਂ ਬੋਲ ਵੀ ਦਓਗੇ, ਪਰ ਇੱਕ ਸਮਾਂ ਆਊਗਾ ਤੁਸੀਂ ਕਹਿਣਾ ਯਾਰ ਮੈਂ ਉਦੋਂ ਮੂੰਹ ਆਪਣਾ ਥੋੜਾ ਜਿਹਾ ਕੰਟਰੋਲ 'ਚ ਰੱਖਦਾ ਤੇ ਅੱਜ ਜਿਹੜੀ ਸਿਚੁਏਸ਼ਨ 'ਚ ਮੈਂ ਫਸ ਗਿਆ ਨਾ ਫਸਦਾ, ਜਿੱਦਾਂ ਅਕਸਰ ਲੋਕ ਕਰਦੇ ਨੇ। ਜੱਟ ਸਾਹਿਬ ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਜਿਹੜੇ ਬੰਦੇ ਕ੍ਰਾਈਮ ਕਰਦੇ ਨੇ ਉਹਨਾਂ ਕੋਲ ਪੁੱਛੋ ਜਾ ਕੇ, ਹੁਣ ਦੱਸੋ ਭਾਜੀ ਉਸ ਬੰਦੇ ਨੇ ਤੁਹਾਨੂੰ ਗਾਲਾਂ ਕੱਢੀਆਂ ਸੀ, ਤੁਸੀਂ ਬੜਾ ਵਧੀਆ ਕੀਤਾ, ਉਹਦੀ ਲੱਤ ਵੱਢਤੀ, ਉਹਨੇ ਕਹਿਣਾ ਨਹੀਂ ਯਾਰ ਗਲਤੀ ਹੋ ਗਈ। ਜੇ ਉਹਨੇ ਮੈਨੂੰ ਗਾਲਾਂ ਕੱਢੀਆਂ ਸੀ, ਫਰਜ਼ ਤੇ ਮੇਰਾ ਵੀ ਬਣਦਾ ਸੀ ਗਾਲਾਂ ਕੱਢਦਾ, ਨਹੀਂ ਤੇ ਚੁੱਪ ਕਰਕੇ ਉੱਥੋਂ ਨਿਕਲ ਜਾਂਦਾ। ਹੁਣ ਉਸ ਚੀਜ਼ ਨੂੰ ਮੈਂ ਇੱਥੇ ਆ ਕੇ ਦੇਖਦਾ ਹਾਂ, ਬੇਸ਼ੱਕ ਉਹਨੇ ਗਾਲਾਂ ਕੱਢੀਆਂ, ਹੁਣ ਫਾਇਦਾ ਕੀ ਹੋਇਆ? ਉਲਟਾ ਨੁਕਸਾਨ ਹੋ ਗਿਆ। ਮੈਂ ਇੱਕ ਐਸੀ ਸਿਚੁਏਸ਼ਨ 'ਚ ਫਸ ਗਿਆ, ਉਹਦਾ ਮੇਰੇ ਘਰ ਪਰਿਵਾਰ ਦਾ ਵਧੀਆ ਖਰਚਾ ਪਾਣੀ ਚੱਲਦਾ ਸੀ, ਪੈਸੇ ਕਮਾ ਕੇ ਘਰ ਖੜੀਦਾ ਸੀ, ਦਾਲ ਫੁਲਕਾ ਮਿਲਦਾ ਸੀ। ਹੁਣ ਮੈਂ ਤੇ ਜੇਲ੍ਹ 'ਚ ਬੈਠਾ ਤੇ ਘਰਦਿਆਂ ਨੂੰ ਉਲਟਾ ਤਰੀਕਾਂ ਤੇ ਪੈਸੇ ਲਾਉਣੇ ਪੈ ਰਹੇ ਆ। ਬਿਲਕੁਲ। ਇੱਕ ਪੰਜਾਬੀ 'ਚ ਕਹਾਵਤ ਹੈਗੀ, ਜਿਹੜਾ ਜਰਿਆ ਉਹੀ ਤਰਿਆ। ਜੜ ਦਾ ਮਤਲਬ ਇਹ ਨਹੀਂ ਉਹਨੂੰ ਹਜਮ ਕਰ, ਤੁਹਾਡਾ ਮੈਦਾ ਏਡਾ ਤਗੜਾ ਹੋਣਾ ਚਾਹੀਦਾ। ਵੇਖੋ ਆਮ ਬੰਦੇ ਨਾ ਉਹ ਸਾਰਾ ਖਾਣਾ ਨਹੀਂ ਖਾ ਸਕਦੇ, ਉਹ ਸਰਟਨ ਫੂਡ ਖਾ ਸਕਦੇ ਆ, ਕੋਈ ਚੀਜ਼ਾਂ ਨੂੰ ਨਹੀਂ ਹਜਮ ਹੁੰਦੀਆਂ। ਇਸੇ ਲਈ ਤੁਹਾਡਾ ਮੈਦਾ ਬੜਾ ਸਟਰੋਂਗ ਚਾਹੀਦਾ, ਬਾਣੀ ਕਹਿੰਦੀ। ਠੀਕ ਹੈ ਜੀ, ਬਿਲਕੁਲ। ਤੇ ਇਸ ਦੀ ਕੈਪੈਸਿਟੀ ਨੂੰ ਤੁਸੀਂ ਜੇਕਰ ਘੱਟ ਹੈ ਤਾਂ ਵਧਾਓ। ਕਹਿਣ ਤੋਂ ਭਾਵ ਇਹ ਆ, ਬਾਣੀ ਕੀ ਕਹਿ ਰਹੀ ਆ ਪਲੀਜ਼ ਅੰਡਰਸਟੈਂਡ ਕਰੋ। ਕਬੀਰ ਸਾਹਿਬ ਦਾ ਮੈਸੇਜ ਬਹੁਤ ਡੀਪ ਆ। ਉਹ ਕਹਿੰਦੇ ਕਿ ਪਹਿਲਾਂ ਰੋੜੇ ਤੱਕ ਗੱਲ ਲਿਆ, ਰੋੜੇ ਤੋਂ ਬਾਅਦ ਫਿਰ ਮਿੱਟੀ ਤੇ ਆ ਜਾ, ਮਿੱਟੀ ਤੋਂ ਬਾਅਦ ਫਿਰ ਕੀ ਆ ਜਾ ਪਾਣੀ ਬਣ ਜਾ। ਸਾਡੀ ਮਾਨਸਿਕ ਸਥਿਤੀ ਨੂੰ ਐਡਜਸਟ ਕਰ ਰਹੇ ਨੇ। ਉਹ ਕਹਿੰਦੇ ਇੱਕੋ ਦਮ ਤੂੰ ਪਾਣੀ ਨਹੀਂ ਬਣ ਸਕਦਾ, ਤੂੰ ਤਰਲ ਨਹੀਂ ਬਣ ਸਕਦਾ, ਤੂੰ ਨਿਰਮਲ ਨਹੀਂ ਬਣ ਸਕਦਾ। ਇਸ ਲਈ ਸਟੈਪ ਬਾਈ ਸਟੈਪ ਆ ਤੇ ਤੂੰ ਉਸ ਚੀਜ਼ ਨੂੰ ਪਹੁੰਚ ਜਾਏਗਾ। ਕਹਿਣ ਤੋਂ ਭਾਵ ਹੈ ਕਿ ਜਦੋਂ ਆਪਾਂ 8, 10, 12 ਫੁੱਟ ਕੰਧ ਤੇ ਚੜ੍ਹਨਾ ਹੋਵੇ, ਆਪਾਂ ਕਿੱਥਾਂ ਚੜਾਂਗੇ ਦੱਸੋ ਮੈਨੂੰ? ਚਲੋ ਜਵਾਨ ਬੰਦਾ ਤੇ ਲਮਕ ਕੇ ਚੜ੍ਹ ਜੂ, ਬੁੱਢਾ ਕਿੱਥੇ ਚੜੂਗਾ? ਪਰ ਜੇਕਰ ਪੌੜੀਆਂ ਬਣੀਆਂ ਤੇ ਨਿੱਜਰ ਸਾਹਿਬ ਬੰਦਾ ਆਸਾਨੀ ਨਾਲ ਚੜ੍ਹ ਸਕਦਾ ਹੈ ਨਾ। ਬਿਲਕੁਲ ਚੜ੍ਹ ਸਕਦਾ ਜੀ, ਜੇ ਲਿਫਟ ਹੈ ਤੇ ਉਹ ਤਾਂ ਆਰਾਮ ਨਾਲ ਹੀ ਚੜ੍ਹ ਜੂਗਾ।
ਕੁਝ ਕਰਨਾ ਹੀ ਨਹੀਂ ਪਊਗਾ। ਹਾਂ ਤਾਂ ਕਹਿਣ ਤੋਂ ਭਾਵ ਆ ਉਹ ਸਾਨੂੰ ਸਟੈਪ ਬਾਈ ਸਟੈਪ ਸਾਨੂੰ ਸਮਝਾ ਰਹੇ ਨੇ, ਸਾਨੂੰ ਗਿਆਨ ਦੇ ਰਹੇ ਨੇ। ਹਾਂਜੀ ਨਜ਼ਰ ਸਾਹਿਬ ਅੱਗੇ ਚੱਲੀਏ। ਨਾਲੇ ਵੀਰ ਜੀ ਇੱਕ ਹੋਰ ਵੀ ਹੈ, ਜਿਹੜਾ ਪਾਣੀ ਦਾ ਸਪਾ ਹੈ ਨਾ ਜੀ, ਉਹ ਜਿਸ ਤਰ੍ਹਾਂ ਦੇ ਭਾਂਡੇ 'ਚ ਪਾਵਾਂਗੇ ਉਹੀ ਸ਼ੇਪ ਲੈ ਲੈਂਦਾ ਉਹ। ਬਿਲਕੁਲ ਹਾਂ, ਉਹੀ ਗੱਲ ਅਸੀਂ ਕੀਤੀ। ਹਾਂਜੀ ਹਾਂਜੀ, ਉਹ ਗੱਲ ਵੀ ਇਹਦੇ ਵਿੱਚ ਆਉਂਦੀ ਹੈ, ਐਡ ਹੁੰਦੀ ਹੈ। ਹਾਂ ਅਸੀਂ ਕੀਤੀ ਸੀ ਉਹ ਗੱਲ ਨਾ, ਜੋ ਪਾਣੀ ਜਿਹੜਾ ਪਾਣੀ ਹਰੇਕ ਭਾਂਡੇ 'ਚ ਐਡਜਸਟ ਹੋ ਜਾਂਦਾ ਸ਼ੁਰੂ 'ਚ ਹੀ। ਹਾਂਜੀ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਕਬੀਰ ਹੁਣ ਅੱਗੇ ਪਾਣੀ ਦੇ ਵਿੱਚ ਵੀ ਡਿਫੈਕਟ ਕੱਢ ਰਹੇ ਆ। ਕਬੀਰ ਜੀ ਕਹਿੰਦੇ ਹਾਲੇ ਹੋਰ ਅੱਗੇ ਯਾਤਰਾ ਤੇਰੀ ਹਾਲੇ ਪੂਰੀ ਨਹੀਂ ਹੋਈ, ਕਿਉਂਕਿ ਯਾਤਰਾ ਤਾਂ ਜਦ ਤੱਕ ਆਤਮਾ ਦੇ ਵਿੱਚ ਲੀਨ ਨਹੀਂ ਹੁੰਦੇ ਯਾਤਰਾ ਪੂਰੀ ਨਹੀਂ ਹੋਣੀ ਪਾਈ। ਕਬੀਰ ਪਾਣੀ ਹੁਆ ਤਾਂ ਕਿਆ ਪਿਆ ਸੀਰਾ ਤਾਤਾ ਹੋਏ। ਕਹਿੰਦੇ ਪਾਣੀ ਹੋ ਗਿਆ ਤੇ ਕੀ ਹੋ ਗਿਆ, ਫਿਰ ਪਾਣੀ ਜਿਹੜਾ ਹੈਗਾ ਗਰਮ ਹੋ ਜਾਂਦਾ ਹੈ, ਫਿਰ ਪਾਣੀ ਠੰਡਾ ਹੋ ਜਾਂਦਾ ਹੈ। ਕਹਿੰਦੇ ਸੀਰਾ ਤਾਤਾ ਹੋਏ ਪਾਣੀ ਜਿਹੜਾ ਹੈਗਾ। ਤੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਪਾਣੀ ਤਾਂ ਇਸ ਤਰ੍ਹਾਂ ਦਾ, ਹਰ ਜਨ ਤਾਂ ਐਸਾ ਹੋਣਾ ਚਾਹੀਦਾ ਆ ਕਿ ਜਿਹੇ ਜਿਹਾ ਜਿਹੜਾ ਹੈਗਾ ਪਰਮੇਸ਼ਰ ਹੁੰਦਾ ਹੈ ਭਾਈ, ਜੈਸਾ ਹਰ ਹੀ ਹੋਏ, ਉਹਦੇ ਵਰਗਾ ਹੀ ਹੋਣਾ ਚਾਹੀਦਾ ਮਾਲਕ ਦੇ। ਜਦ ਤੱਕ ਮਾਲਕ ਨਹੀਂ ਮਿਲਦਾ, ਆਤਮਾ ਤੱਕ ਨਹੀਂ ਪਹੁੰਚਦਾ, ਪਿਆਰਿਆ ਤੂੰ ਯਾਤਰਾ ਕਰੀ ਜਾ। ਹਾਂਜੀ ਵੀਰ ਜੀ। ਹੁਣ ਦੇਖੋ ਉਹਨਾਂ ਦੀ ਡਿਮਾਂਡ ਵੱਧ ਗਈ। ਉਹ ਡਿਮਾਂਡ ਹੈ ਮੇਰੇ ਕਹਿਣ ਤੋਂ ਭਾਵ, ਮੇਰੇ ਵਰਗਾ ਪਹਿਲਾਂ ਧੱਕਾ ਧੋਕਾ ਲਾ ਕੇ ਇਹ ਨਹੀਂ ਕਹਿੰਦੇ ਤੂੰ 10ਵੀਂ ਪਾਸ ਕਰ, ਕਹਿੰਦੇ ਪਹਿਲਾਂ ਪਹਿਲੀ ਕਰ, ਫਿਰ ਦੂਜੀ, ਤੀਜੀ, ਚੌਥੀ, ਪੰਜਵੀਂ। ਕਿਉਂਕਿ ਇੱਕਦਮ 10ਵੀਂ ਦਾ ਟਾਰਗੇਟ ਦਿੱਤਾ ਨਾ ਤੇ ਚਰਨਜੀਤ ਨੇ ਭੱਜ ਜਾਣਾ। ਉਹ ਕਹਿੰਦੇ ਕਿ ਹੌਲੀ ਹੌਲੀ ਨੂੰ ਮਨਾਓ, ਪਹਿਲਾਂ ਛੋਟੇ ਛੋਟੇ ਕੰਮ ਦਿਓ। ਹੁਣ ਜਿੱਦਾਂ ਕਿ ਇਹਨੂੰ ਕਹਿ ਦਈਏ ਵੱਡਾ ਕੰਮ ਕਰਦੇ ਇੱਕਦਮ, ਉਹ ਕਰਦਾ ਹੈ। ਉਹਨੂੰ ਕਹੋ ਥੋੜਾ ਆਹ ਕਰ, ਥੋੜਾ ਉਹ ਕਰ। ਨਿੱਜਰ ਸਾਹਿਬ ਬਿਲਕੁਲ ਇਸੇ ਹੀ ਤਰ੍ਹਾਂ ਉਹ ਕਹਿ ਰਹੇ ਨੇ। ਫਿਰ ਆਖਰ ਤੇ ਫਿਰ ਆ ਗਏ ਨਾ, ਉਹ ਕਹਿੰਦੇ ਰੱਬ ਦੇਖੋ, ਰੱਬ ਵਰਗਾ ਹੀ ਤੇ ਹੋਣਾ ਪੈਣਾ। ਬਹੁਤ ਉੱਚੀ ਅਵਸਥਾ ਚਾਹੀਦੀ ਹੈ ਤੁਹਾਡੀ। ਹਰ ਜਨ ਜੈਸਾ ਚਾਹੀਏ ਜੈਸਾ ਹਰ ਹੀ ਹੋਏ। ਉਹ ਕਹਿੰਦੇ ਤੇਰੇ ਚ ਤੇ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਹੋਣਾ ਚਾਹੀਦਾ। ਉੱਚੀ ਗੱਲ ਕਹਿਣ ਤੋਂ ਭਾਵ, ਪਰਮਾਤਮਾ ਕਾਮ, ਕ੍ਰੋਧ, ਲੋਭ, ਮੋਹ ਤੋਂ, ਹੰਕਾਰ ਤੋਂ ਮੁਕਤ ਹੈ। ਤੇਰੀ ਅਵਸਥਾ ਵੀ ਉਸੇ ਵਰਗੀ ਹੋਣੀ ਚਾਹੀਦੀ। ਪਰਮਾਤਮਾ ਰਾਗ ਤੇ ਦਵੈਸ਼ ਤੋਂ ਮੁਕਤ ਹੈ। ਉਹ ਕਿਸੇ ਨਾਲ ਰਾਗ ਨਹੀਂ ਕਰਦਾ, ਉਹ ਦਵੈਸ਼ ਨਹੀਂ ਕਰਦਾ, ਈਰਖਾ ਨਹੀਂ ਕਰਦਾ। ਔਰ ਇਹ ਜਿਹੜੀ ਗੱਲ ਕਹੀ ਹੈ ਨਾ, ਇਹਦੇ ਲਈ ਮੈਂ 101% ਤੁਹਾਨੂੰ ਮੋਹਰ ਲਾ ਦਿੰਦਾ। ਇਹ ਅਵਸਥਾ ਤੁਹਾਡੇ ਅੰਦਰ ਬਣੇਗੀ ਔਰ ਤੁਸੀਂ ਉਸ ਅਵਸਥਾ ਨੂੰ ਜਦੋਂ ਅਨੁਭਵ ਕਰੋਗੇ ਤੇ ਤੁਸੀਂ ਖੁਦ ਕਹੋਗੇ ਕਿ ਕਬੀਰ ਸਾਹਿਬ ਨੇ ਜੇ ਗੱਲ ਕਹੀ ਆ, ਇਟ ਇਜ਼ ਪੋਸੀਬਲ। ਇੰਪੋਸੀਬਲ ਨਹੀਂ ਹੈਗਾ, ਇਟ ਇਜ਼ ਪੋਸੀਬਲ, ਵੈਰੀ ਮਚ ਪੋਸੀਬਲ। ਤੁਸੀਂ ਸਾਲ, 1.5 ਸਾਲ, 2 ਸਾਲ ਭਗਤੀ ਕਰ ਲਓ, ਉਹ ਬਾਅਦ ਦੇ ਵਿੱਚ ਤੁਸੀਂ ਖੁਦ ਹੀ ਦੇਖਣਾ ਹੈ ਕਿ ਅੰਤਰਾਕਰਨ ਬੜਾ ਸ਼ੁੱਧ ਹੋ ਗਿਆ, ਨਿਰਮਲ ਹੋ ਗਿਆ। ਪਾਸੇ ਲਾਗੇ ਹਰ ਫਿਰੇ ਕਹਿਤ ਕਬੀਰ ਕਬੀਰ, ਇਹ ਤੁਹਾਡੇ ਅੰਦਰ ਅਵਸਥਾ ਬਣ ਜਾਏਗੀ। ਔਰ ਉਦੋਂ ਤੁਸੀਂ ਵੇਖ ਲਓ ਕਿ ਤੁਹਾਡੇ ਅੰਦਰ ਕੋਈ ਦੋਸ਼ ਨਹੀਂ ਹੈਗਾ, ਕੋਈ ਤ੍ਰਿਪਤੀ ਨਹੀਂ ਹੈਗੀ, ਕੋਈ ਕਮੀ ਨਹੀਂ ਹੈਗੀ, ਕੋਈ ਪੇਸ਼ੀ ਨਹੀਂ ਹੈਗੀ। ਆਤਮਾ ਪ੍ਰਗਟ ਹੋ ਚੁੱਕੀ ਹੈ। ਤੁਰਤੀ ਬਾਹਰ ਮੁਖੀ ਸੀ, ਅਗਿਆਨ ਸੀ, ਭਰਮ ਸੀ, ਅਵਿਦਿਆ ਸੀ। ਤੁਰਤੀ ਅੰਤਰਮੁਖੀ ਹੋ ਗਈ ਤੇ ਬ੍ਰਹਮ ਹੀ ਰਹਿ ਗਿਆ। ਉੱਥੇ ਆਪਾਂ ਨਹੀਂ ਰਹਿ ਸਕਦੇ। ਕਿਉਂ ਨਹੀਂ ਰਹਿ ਸਕਦੇ? ਆਤਮਾ ਦੇ ਵਿੱਚ ਜਿਹੜਾ ਅਸੀਂ ਜਦੋਂ ਪ੍ਰਵੇਸ਼ ਕਰਦੇ ਹਾਂ, ਉਦੋਂ ਆਪਣੇ ਆਪ ਦਾ ਤਿਆਗ ਹੋ ਜਾਂਦਾ ਹੈ ਨਿੱਜਰ ਸਾਹਿਬ, ਅਗਿਆਨ ਦਾ। ਬਿਲਕੁਲ ਉੱਥੇ ਕੇਵਲ ਸ਼ੁੱਧ ਚੇਤਨ, ਸੱਚ ਚਿੱਤ ਆਨੰਦ। ਪਰਮਾਤਮਾ ਨੂੰ ਕੀ ਕਹਿ? ਸੱਤ ਚਿੱਤ ਆਨੰਦ। ਆਨੰਦ ਹੈ, ਸੱਚ ਹੈ, ਚਿੱਤ ਸੱਚ ਵਰਗਾ ਹੋ ਜਾਣਾ ਸਾਰਾ। ਠੀਕ ਹੈ ਨਿੱਜਰ ਸਾਹਿਬ, ਅੱਗੇ ਚਲੀਏ। ਆਪ ਕਹਿਣਾ ਚਾਹੁੰਦੇ ਕੁਝ? ਹਾਂ, ਸੱਤ ਦਾ ਮਤਲਬ ਹੈ ਵੀ ਸੱਚਾ ਆਚਰਣ ਹੋ ਗਿਆ। ਉਹਦੀਆਂ ਸਾਰਿਆਂ ਉਹਦੇ ਅੰਦਰ ਜਿਹੜਾ ਕਾਮ, ਕ੍ਰੋਧ, ਲੋਭ, ਓਂਕਾਰ ਜਿਹੜੇ ਹੈਗੇ ਇਹ ਬਿਲਕੁਲ ਨਹੀਂ ਹੈਗੇ, ਉਹਨੂੰ ਕਹਿੰਦੇ ਸੱਤ। ਅੱਜ ਦਾ ਝੀਲ ਆ, ਝੀਲ ਦੇ ਵਿੱਚ ਕੋਈ ਤਰੰਗ ਨਾ ਪੈਦਾ ਹੋਵੇ, ਸ਼ਾਂਤ ਨਹੀਂ ਹੋ ਜਾਂਦੀ। ਬਿਲਕੁਲ। ਇਹ ਜਿਹੜਾ ਮਾਨਸ ਜਨਮ ਹੈ ਨਾ, ਕਹਿੰਦੇ ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰੋ ਬਾਰ। ਕਹਿਣ ਤੋਂ ਭਾਵ ਹੈ, ਉਹ ਕਹਿੰਦੇ ਕਿ ਜਿਹੜਾ ਜਨਮ ਹੈ ਨਾ, ਇੱਕ ਐਸੀ ਵਿਧੀ ਹੈ, ਇੱਕ ਐਸਾ ਪੁਆਇੰਟ ਹੈ, ਤੂੰ ਇੱਥੇ ਆਪਣੇ ਚਿੱਤ ਨੂੰ ਸ਼ਾਂਤ ਕਰ ਸਕਦਾ। ਕਿਉਂਕਿ ਹੋਰ ਕੋਈ ਤਰੀਕਾ ਨਹੀਂ ਹੈ ਤੇਰੇ ਚਿੱਤ ਨੂੰ ਰੋਕਣ ਦਾ। ਰਾਮਾਨੰਦ ਜੀ ਇਸੇ ਗੱਲ ਨੂੰ ਕਹਿੰਦੇ ਨੇ, ਕਤ ਜਾਈਏ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਿਓ ਅਪੰਗ। ਹੁਣ ਚਿੱਤ ਨਹੀਂ ਚੱਲਦਾ, ਸ਼ਾਂਤ ਨੀਲ ਦੇ ਵਰਗ। ਕਬੀਰ ਜੀ ਵੀ ਕਹਿ ਰਹੇ ਨੇ ਇਸੇ ਗੱਲ ਨੂੰ,
जैसे मन पिया गंगा नीर। पाछे लागो कबीर, मन ऐसा पया जैसे गंगा नीर, पाछे लागो हर फिरे कहत कबीर कबीर। तो कहते कबीर मन निर्मल पया, मन निर्मल पया। हाँ जी, मन निर्मल हो गया तो फिर गंगा दे नीर वर्गा एकदम शुद्ध हो। तो फिर कहते की है, पाछे लागे हर फिरे कहत कबीर कबीर। वो साची ते रह गया, चेतना प्रगट हो गई है, अज्ञान खत्म, अविद्या खत्म, उते काम नहीं, क्रोध नहीं, लोभ नहीं, मोह नहीं, हंकार नहीं, उते रजोगुण नहीं, तमोगुण नहीं, सतोगुण नहीं, सारे निकल गए। वो की कहता है संत एक, वो संत नूं पुछे कि आत्म ज्ञान की है। वो कहता है रोटी खाण वेले मैं रोटी खाना है, नहाउण वेले मैं की करदा नहाउणा है। कहता हुण तेरे सामने मैं लकड़ा वढ रहा, मैं लकड़ा वढ रहा, ਜਦੋਂ मैं चूल्हा बालदा तो मैं चूल्हा ही बालदा, मैं अगे पिछे नहीं हैगा, मैं जो कर रहा मैं उत्थे बैठा, मेरा काम ही पूजा हो गई है, मेरी सुरती ना अगे ना पिछे, एकदम वर्तमान काल रूपी धारा च स्थिर हो गई है। परमात्मा भी किथे बैठा है? वर्तमान काल च, बहुत बरीक। देखो एक तुहाडा अगला जीवन आउण वाला, एक तुहाडा पिछला जीवन, इहदे विचकार एक बिल्कुल बरीक धारा है जिन्हों आप वर्तमान काल कहने हैं। वैसे लोग कही ते जाते हैं प्रेजेंट टेंस, जो तू होना है ये प्रेजेंट है, पर प्रेजेंट टेंस जिहड़ा है वो ब्रह्म दा सार है, उत्थे पहुंचना है आपां। जदों तुसीं वर्तमान काल च रुक गए फिर भविख भी खत्म हो गया ते भूतकाल भी खत्म हो गया, क्योंकि उत्थे ब्रह्म हैगा। उत्थे पहुंचण दे लई सारी युक्ति है। जो कथा, जो भी गलबात, जो बाणी सानूं समझा रही, जो आपां करना है, जो आप विचार करना है, जो प्राप्त करना है, केवल एक ही चीज है, वर्तमान काल रूपी धारा च जदों तुहाडी सुरती आ गई, बस उस तो बाद काम शुरू हो जाना। अज्ञानता, बुराई, भरम, अविद्या अपने आप ही तुहाडे जीवन चों दूर हो जाएगी। और जिन्ना चिर तक उत्थे पहुंचदे नहीं आपां समझ लो आपां सेफ जोन च नहीं हैगे। ठीक है निजा साहब? बिल्कुल ठीक है, बिल्कुल सही है जी। वो सेफ जोन है, वो साडी जीवन की प्राप्ति है। परमात्मा नूं किते लभण ना चल जिओ, परमात्मा तो इलावा कुछ नहीं हैगा। जदों तुसीं उत्थे सेफ जोन च चल गए ना, तुसीं वेख लो उस अज्ञात शक्ति ने सानूं घेरिया होया है, उस तो बाद ते कुछ भी नहीं। पर कहंदे मूर्ख जाने दूर, अंधा मूर्ख पता नहीं की बाणी चाहुंदा कि जाने दूर, कि परमात्मा दूर हैगा, वो नहीं कहंदा कि लागे हैगा। ये लोग जिहड़े अपने आप नूं कहंदे ने कि असीं ज्ञानी आ, कुछ ते कुछ कही जांदे आ, किते नहीं कहते कि परमात्मा लागे है तेरे या परमात्मा दे अंदर है, तो वो कहते दूर है, तेनों असीं मिलावांगे, तेनों लैके जावांगे कि पता नहीं किहड़ी नदी हैगी आ, उहदी कढ के खाना, तेनों पता नहीं किन्ने सूरजां दा प्रकाश चाहीदा है। पर बाणी कहंदी मूर्ख जाने दूर, पता नहीं इदां दी तुक आउंदी है। मूर्ख लोग कहंदे ने कि परमात्मा दूर वसदा है, पर नहीं, वो ते हाजरा हजूर है। बाणी इस गल दी तस्दीक करदी है। टुक दम करारी, टुक दम करारी जो करे, हाजरा हजूर खुदाए। हाँ उत्थे है तू, जदों तेरा मन रुक गया तो तेनों पता लग जाना कि परमात्मा कित्थे है। और तेरी अवस्था नूं गुरबाणी ने आपे तस्दीक कर देना, गुरबाणी ने कर देना। किसी भी ग्रंथ नूं फड़ लेगा, तेरा असली ही राज नकली है, तेनों पता लग जाएगा, तेनों सर्टिफिकेट देणगे प्रॉपरली। हाँ जी निजर सर। ऊंच पवन कन कामनी, ਸਿਖਰ ਤਜਾ ਫਹਿਰਾਏ, ਤਾਤੇ ਭਲੀ ਮਧੂਕਰੀ, ਸੰਤ ਸੰਗ ਗੁਣ ਗਾਏ। ਇਹਦੇ ਵਿੱਚ ਜਿਹੜਾ ਹੈਗਾ ਤਜਾ ਦਾ ਮਤਲਬ ਹੈਗਾ ਤੁਜਾ, ਝੰਡਾ, ਤੇ ਕਨ ਕਾਮਨੀ ਦਾ ਮਤਲਬ ਜਿਹੜਾ ਕਨ ਕਾਮਨੀ ਜਿਹੜਾ ਹੈਗਾ ਇਹ ਕੰਬਾਈਨਡ ਵਰਡ ਹੈਗਾ, ਇਹਦਾ ਵਿਛੇਦ ਕਰਨਾ ਪੈਣਾ ਹੈ। ਇਹ ਕਨਕ ਤੇ ਕਾਮਨੀ ਦੋ ਵਰਡਾਂ ਤੋਂ ਬਣਿਆ ਹੋਇਆ ਹੈ। ਕਨਕ ਦਾ ਮਤਲਬ ਹੁੰਦਾ ਸੋਨਾ, ਕਾਮਨੀ ਦਾ ਮਤਲਬ ਜਿਹੜਾ ਹੈ ਇਸਤਰੀ ਜਾਂ ਕਾਮਨਾਵਾਂ। ਇਹ ਜਿਹੜਾ ਹੈਗਾ ਸੋਨੇ ਦਾ ਮਤਲਬ ਹੈਗਾ ਬਈ ਧਨ ਦੌਲਤ, ਕਾਮਨੀ ਦਾ ਮਤਲਬ ਇਹ ਆ ਬਈ ਕਾਮ, ਔਰ ਜਿਹੜਾ ਹੈਗਾ ਹੋਰ ਦੂਸਰੇ ਪਦਾਰਥਾਂ ਦੇ ਭੋਗ। ਸਿਖਰ ਤਜਾ ਫਹਿਰਾਏ, ਊਚ ਭਵਨ, ਵੱਡੇ ਵੱਡੇ ਘਰ, ਵੱਡੇ ਵੱਡੇ ਮਹਿਲ ਮਾੜੀਆਂ ਜਿਹਦੇ ਕੋਲ ਹੋਣ, ਅਤੇ ਸਾਰੇ ਧਨ ਦੌਲਤ ਹੋਏ ਔਰ ਹਰੇਕ ਭੋਗ ਕਰ ਸਕੇ, ਔਰ ਉਹਦੀ ਗੁੱਡੀ ਪੂਰੀ ਚੜ੍ਹੀ ਹੋਏ। ਉਹ ਸਿਖਰ ਧਜਾ ਫਹਿਰਾਏ, ਉਹਦੀ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਪ੍ਰਸਿੱਧੀ ਹੋਏ। ਕਬੀਰ ਜੀ ਕਹਿੰਦੇ ਤਾਤੇ ਭਲੀ ਮਧੂਕਰੀ, ਸੰਤ ਸੰਗ ਗੁਣ ਗਾਏ। ਮਧੂਕਰੀ ਦਾ ਮਤਲਬ ਹੁੰਦਾ ਆ
ਮੰਗ ਕੇ ਲਿਆਂਦਾ ਹੋਇਆ ਖਾਣਾ। ਕਹਿੰਦੇ ਉਹਦੇ ਨਾਲੋਂ ਤਾਂ ਕਹਿੰਦੇ ਆ ਮੰਗ ਕੇ ਲਿਆਂਦਾ ਹੋਇਆ ਖਾਣਾ ਵਧੀਆ ਹੈਗਾ ਭਾਈ, ਭਲਾ ਹੈਗਾ। ਜੇ ਕਿਤੇ ਉਹ ਸਾਧ ਸੰਗਤ ਦੇ ਨਾਲ, ਸੰਤਾਂ ਦੀ ਸੰਗਤ ਦੇ ਨਾਲ, ਬ੍ਰਹਮ ਗਿਆਨੀਆਂ ਦੀ ਸੰਗਤ ਦੇ ਵਿੱਚ ਰਹਿ ਕੇ ਪਰਮੇਸ਼ਰ ਦੀ ਭਗਤੀ ਕਰਦੀ ਹੈ ਤਾਂ। ਹਾਂਜੀ ਵੀਰ ਜੀ। ਉਹ ਫਿਰ ਵੇਖੋ ਸਾਨੂੰ ਜਿਉਣ ਦੀ ਅਕਲ ਦਿੰਦੇ ਨੇ, ਗਿਆਨ ਦਿੰਦੇ ਨੇ। ਉਹ ਕਹਿੰਦੇ ਨੇ ਬੇਸ਼ੱਕ ਤੈਨੂੰ ਰਾਜ ਭਾਗ ਮਿਲ ਜੇ, ਬਹੁਤ ਸੁੱਖ ਮਿਲ ਜਾਣ, ਤੇ ਜੇਕਰ ਤੂੰ ਪਰਮਾਤਮਾ ਤੋਂ ਬੇਮੁਖ ਹੋ ਗਿਆ ਨਾ ਤੇ ਘਾਟੇ ਦਾ ਸੌਦਾ ਹੀ, ਚੰਗੀ ਚੀਜ਼ ਨਹੀਂ। ਇਸ ਦੇ ਉਲਟੋ ਕਹਿੰਦੇ ਨੇ ਕਿ ਤੈਨੂੰ ਸੰਗਤ ਮਿਲ ਜੇ, ਇੱਥੇ ਰੱਬ ਦੇ ਗੁਣ ਗਾਏ ਜਾਂਦੇ ਨੇ, ਤੂੰ ਵੀ ਗੁਣ ਗਾਲਾ, ਬੇਸ਼ੱਕ ਤੈਨੂੰ ਮੰਗ ਕੇ ਖਾਣਾ ਪਵੇ, ਕੋਈ ਤੇਰੇ ਕੋ ਬਹੁਤੀ ਸੰਪत्ति ਨਾ ਆਵੇ, ਇੱਕ ਬੜਾ ਸਿੰਪਲ ਜਿਹਾ ਜੀਵਨ ਤੇਰਾ ਹੋਵੇ, ਉਸ ਜੀਵਨ ਦੇ ਨਾਲੋਂ ਕਹਿੰਦੇ ਕਰੋੜਾਂ ਗੁਣਾ ਚੰਗਾ ਹੋਵੇ। ਇਹ ਗੱਲ ਕਹਿੰਦੇ ਕਿ ਤੂੰ ਮਨ ਦੇ ਅੰਦਰ ਪੱਕੀ ਤਰ੍ਹਾਂ ਵਸਾ ਲਈ, ਕਿਉਂਕਿ ਉਹ ਜਿਹੜੀਆਂ ਨਜਾਇਜ਼ ਚੀਜ਼ਾਂ ਲਿਆਏਗਾ ਉਹਦੀ ਕੀਮਤ ਬਹੁਤ ਵੱਡੀ ਆ। ਤੂੰ ਆਪ ਉਹ ਚੀਜ਼ਾਂ ਨੂੰ ਖਰੀਦਣਾ ਹੈ। ਤੂੰ ਜੈਸਾ ਕਰਮ ਕਰੇ ਇਨਸਾਨ ਤੈਸਾ ਫਲ ਦੇਵੇ ਭਗਵਾਨ। ਇਨਸਾਨ ਤੇ ਕੰਮ ਕਰਦਾ ਹੈ, ਤੁਸੀਂ ਬਾਜ਼ਾਰ 'ਚ ਕੋਈ ਵੀ ਚੀਜ਼ ਲੈ ਕੇ ਜਾਂਦੇ ਜੋ, ਉਹਦੀ ਕੀਮਤ ਵੰਡੇ ਚੀਜ਼ ਮਿਲਦੀ ਹੈ ਤੁਹਾਨੂੰ। ਇਹ ਚੀਜ਼ ਨੂੰ ਪਲੀਜ਼ ਵਿਚਾਰ ਕਰਿਆ ਕਰੋ। ਕਿਤੇ ਨਹੀਂ ਹੁੰਦਾ ਕਿ ਉਹ ਕੋਈ ਵੱਧ ਘੱਟ ਚੀਜ਼ ਮਿਲ ਜੇ। ਇਹ ਜਿਹੜੀ ਤੁਸੀਂ ਦਓਗੇ ਉਹੀ ਚੀਜ਼ ਮਿਲੇਗੀ। 5 ਲੱਖ ਦੀ ਚੀਜ਼ ਮਿਲਣੀ ਹੈ ਤੇ 5 ਲੱਖ ਦੀ ਆਈਟਮ ਖਰੀਦ ਲਓ, 5 ਲੱਖ ਲੈ ਜਾਓ। ਹਾਂ, ਇਹ ਕਰ ਦੇਣਗੇ ਕਿ ਨਹੀਂ ਪੈਸੇ ਹੈਗੇ ਤੇ ਕਹਿੰਦੇ ਚਲੋ ਕੋਈ ਨਹੀਂ, ਓਦਾਂ ਲੋਨ ਤੇ ਲੈ ਜਾਓ। ਪਰ ਚੀਜ਼ ਦੀ ਕੀਮਤ ਤੇ ਉਨੀ ਹੈ ਭਾਈ, ਉਲਟਾ ਵੱਧ ਲੈਣਗੇ ਅਗਲੇ ਵੀ 2-3 ਸਾਲ ਚ ਤੂੰ ਲੋਨ ਵਾਪਸ ਕਰਨਾ ਹੈ, ਇੰਨਾ % ਤੈਨੂੰ ਵਿਆਜ ਐਕਸਟਰਾ ਲੱਗੂਗਾ। ਇਸ ਕੀਮਤ ਜਿਹੜੀ ਤੇਰੀ ਦੇਣੀ ਆ ਉਹਦੀ ਕੀਮਤ ਵੱਧ ਜਾਏਗੀ। ਪਰ ਕਬੀਰ ਸਾਹਿਬ ਕਹਿੰਦੇ ਵੀ ਨਾ, ਤੂੰ ਨਾਮ ਰੂਪੀ ਰਤਨ ਨਾ ਵੇਚਦੀ। ਇਹ ਜਿਹੜਾ ਸੁੱਖ ਹੈ ਨਾ ਭੋਲਿਆ, ਇਹ ਕੇਵਲ ਇੰਨਾ ਕਿ ਸੁੱਖ ਆ ਜਿੱਦਾਂ ਇੱਕ ਮੱਛੀ ਉਹ ਗੰਡੋਆ ਖਾ ਰਹੀ ਹੈ, ਇਸ ਤੋਂ ਵੱਧ ਨਹੀਂ ਹੈਗਾ। ਠੀਕ ਹੈ ਜੀ ਸਾਹਿਬ? ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਬਹੁਤ ਛੋਟਾ ਹੈ, ਕੇਵਲ ਮੂੰਹ ਚ ਪਾਇਆ, ਉਹਦੀ ਜ਼ੁਬਾਨ ਨੂੰ ਸਵਾਦ ਆਇਆ ਤੇ ਨਾਲ ਹੀ ਸ਼ਿਕਾਰੀ ਨੇ ਰੱਸੀ ਖਿੱਚੀ। ਉਹ ਜਿਹੜੀ ਚੁੰਝ ਉਹ ਮੱਛੀ ਦੇ ਹਲਕ ਚ ਫਸ ਜਾਂਦੀ, ਮੱਛੀ ਨੂੰ ਬਾਹਰ ਕੱਢ ਲੈਂਦਾ ਅਗਲਾ, ਫਿਰ ਤੜਫਦੀ। ਫਿਰ ਕਹਿੰਦੇ ਤੜਫਣ ਦਾ ਕੀ ਫਾਇਦਾ, ਤਬ ਪਛਤਾਨੇ ਸੇ ਕਿਆ ਫਾਇਦਾ, ਜਬ ਚਿੜੀਆ ਚੁਗੀ ਖੇਤ। ਹੁਣ ਬਾਣੀ ਇਹ ਤੇ ਸਮਝਾਉਂਦੀ ਹੈ ਤੇ ਮੇਰੇ ਵਰਗਾ ਕਵੇ ਕਿ ਮੈਨੂੰ ਦੱਸਿਆ ਕੁਝ ਨਹੀਂ, ਉਹਨਾਂ ਨੇ ਤੇ ਕਹਿਣਾ ਭਾਈ ਗ੍ਰੰਥਾਂ ਚ ਤੇ ਪੂਰਾ ਰੌਲਾ ਪਿਆ ਜੀ, ਤੂੰ ਕਥਾ ਵੀ ਬਹੁਤ ਕੀਤੀ ਹੈ, ਸੁਣੀ ਵੀ ਬਹੁਤ ਆ, ਪਰ ਗੰਡੋਆ ਕਿਉਂ ਖਾਧਾ ਹੀ ਤੈਨੂੰ ਨਹੀਂ ਪਤਾ। ਮੈਂ ਕਹੂੰ ਸਵਾਦ ਬੜਾ ਲੱਗਾ ਸੀ, ਭੁੱਖ ਲੱਗੀ ਸੀ। ਉਹ ਕਹਿੰਦੇ ਕਬੀਰ ਜੀ ਦੀ ਭੁੱਖ ਨਹੀਂ ਵੇਖੀ, ਉਹ ਕਹਿਣ ਤੇ ਤੂੰ ਮੰਗ ਕੇ ਖਾ ਲੈਂਦਾ, ਤੂੰ ਕਿਉਂ ਪੰਗਾ। ਹੁਣ ਜੋ ਰਿਜ਼ਲਟ ਨਿਕਲੇਗਾ ਉਹ ਤੇਰੇ ਹੱਥ 'ਚ ਨਹੀਂ ਹੈਗਾ, ਉਹਦੇ ਪ੍ਰਕਿਰਤੀ ਦੇ ਹੱਥ 'ਚ ਹੈ। ਪ੍ਰਕਿਰਤੀ ਤੇ ਹੈ ਹੀ ਹੈ, ਉਹ ਅਸੂਲ ਨਾ ਚੱਲਣ ਦੀ, ਧੌਲ ਧਰਮ ਦਇਆ ਕਾ ਪੂਤ। ਉਹ ਤੇ ਧਰਮ ਦੇ ਬੇਸ ਤੇ ਬੈਠੀ ਆ। ਉਹ ਕਹਿੰਦੀ ਆ ਬਈ ਤੂੰ ਚਾਂਦੀ ਲੈ ਤੇ ਚਾਂਦੀ ਦੇ ਵੰਡੇ ਚੀਜ਼ ਲੈ ਜਾ, ਸੋਨਾ ਲੈ ਤੇ ਸੋਨੇ ਵੰਡੇ ਚੀਜ਼ ਲੈ। ਕਹਿੰਦੀ ਆ ਜੇ ਸਵਾਹ ਲੈ ਕੇ ਆਏਗਾ ਤੇ ਮਿਲਣੀ ਵੀ ਸਵਾਈ। ਬਿਲਕੁਲ। ਉਹ ਥੋੜੀ ਧਰਮਰਾਜ ਆਪਣਾ ਚੇਂਜ ਕਰ ਦੋ। ਧਰਮਰਾਜ ਨੂੰ ਛੱਡੋ, ਤੁਹਾਨੂੰ ਕੀ ਕਵੇ ਕਿਲੋ ਸਵਾਹ ਲੈ ਲਓ, ਤੁਸੀਂ ਦੇ ਦੋਗੇ ਇਹਨੂੰ ਸੋਨਾ? ਹੈਂ, ਇੱਥੇ ਮਿੱਟੀ ਮੇਰੇ ਵਰਗਾ 5 ਕਿਲੋ ਲੈ ਜੇ, ਮੈਂ ਕਹਾਂ ਜੀ ਮੈਨੂੰ 10 ਕਿਲੋ ਇੱਥੇ ਗੋਭੀ ਜੋਗ ਦੋ, ਤੁਸੀਂ ਲੈ ਲੋਗੇ? ਨਹੀਂ, ਤੇ ਫਿਰ ਧਰਮਰਾਜ ਕਿੱਥੋਂ ਲੈ ਲੂਗਾ? ਉਹਦੇ ਦਿਮਾਗ 'ਚ ਨੁਕਸ ਪਿਆ। ਜਿਹਨੇ ਵਿਧਾਨ ਤੈਨੂੰ ਚੇਂਜ ਕਰ ਦੂਗਾ ਕਿ ਜੋ ਅਸੀਂ ਉਲਟਾ ਪੁਲਟਾ ਇੱਥੋਂ ਮੱਤ ਤੇ ਪਾਪਾ ਨਾਲ ਉਲਟਾ ਪੁਲਟੇ ਕੰਮ ਕਰਕੇ ਉੱਥੇ ਪਹੁੰਚ ਜੀਏ, ਲਓ ਜੀ ਸਾਨੂੰ ਸਵਰਗ ਦੇ ਦਿਓ। ਇੱਥੇ ਬਾਬਾ ਬੈਠਾ ਬੋਲੀ ਜਾਂਦਾ ਜੀ ਇਹ ਸਵਰਗਵਾਸੀ ਹੈਗਾ ਜੀ, ਲਓ ਜੀ ਇਹ ਸਵਰਗਵਾਸੀ ਆ, ਇਹਨੂੰ ਉੱਥੇ ਜਗ੍ਹਾ ਦਿਓ। ਉਹ ਬੰਦਾ ਪੁੱਛੇ ਇੱਥੇ ਕੋਈ ਚਪੜਾਸੀ ਨਹੀਂ ਰੱਖਦਾ, ਕੋਈ ਸਿਫਾਰਿਸ਼ ਕਰੀਏ ਤੇ ਤੇਰੇ ਕਹਿਣ ਤੇ ਉੱਥੇ ਲੈ ਲੂਗਾ ਸਵਰਗ 'ਚ ਪਰਮਾਤਮਾ। ਇਹ ਲਓ ਜੀ ਆਉਣ ਦੋ, ਇੱਕ ਬਾਬੇ ਨੇ ਅਰਦਾਸ ਕਰਤੀ ਹੈ ਜਿਹਨੂੰ ਭਜਾਓ, ਇਹਨੂੰ ਭੇਜ ਦੋ, ਇਹਨੇ ਸਿੱਧਾ ਸਵਰਗ 'ਚ ਨਰਕ 'ਚੋਂ ਕੱਢ ਲਓ। ਦੇਖੋ ਇਹ ਮੰਨਦੇ ਵਹਿਮ ਆ, ਪਰ ਲੋਕੀ ਵਿਸ਼ਵਾਸ ਕਰਦੇ ਆ। ਪਰ ਬਾਣੀ ਕਹਿੰਦੀ ਨਹੀਂ, ਤੂੰ ਪ੍ਰੈਕਟੀਕਲ ਕੰਮ ਕਰ, ਤੂੰ ਐਵੇਂ ਕਲਪਨਾ ਦੀ ਕੋਈ ਚੀਜ਼ ਨਹੀਂ ਹੈਗੀ ਉੱਥੇ।
ਜਥਾਰਕ ਸਾਚੀ, ਜੋ ਤੂੰ ਕਰਦਾ, ਜੇ ਤੂੰ ਸਵੇਰੇ ਉੱਠ ਕੇ ਤੂੰ ਬ੍ਰਸ਼ ਕੀਤਾ ਤੇ ਬ੍ਰਸ਼ ਹੋਣਾ ਹੀ, ਜੇ ਤੂੰ ਨਹੀਂ ਕੀਤਾ ਨਾ 3 ਸਾਲ ਕੀ 30 ਸਾਲ ਵੀ ਤੂੰ ਬ੍ਰਸ਼ ਨਹੀਂ ਕਰਨਾ। ਜੋ ਤੂੰ ਕਰੇਗਾ ਹੋਣਾ ਉਹੀ, ਤੂੰ ਨਹੀਂ ਕਰੇਗਾ ਤੇ ਨਹੀਂ ਹੋਣਾ। ਪਰ ਕਰਨ ਤੋਂ ਪਹਿਲਾਂ ਤੇਰੇ ਕੋਲ ਆਪਸ਼ਨ ਹੈਗਾ ਹੀ, ਪਰ ਜਦੋਂ ਤੂੰ ਕਰਤਾ ਫਿਰ ਉਹਨੇ ਫਲੀ ਭੁਗਤਣਾ। ਹੁਣ ਦੇਖੋ ਕਈ ਵੀਰ ਕਹਿੰਦੇ ਕਿ ਵੀਰ ਜੀ ਸਾਡੀ ਜ਼ਿੰਦਗੀ 'ਚ ਕੋਈ ਪ੍ਰਾਪਤੀ ਨਹੀਂ ਹੋ ਰਹੀ। ਮੈਂ ਭੋਲਿਆ ਪਹਿਲਾਂ ਰੁੱਖ ਤੇ ਲਾ, ਮੈਂ ਰੁੱਖ ਜਿਹੜਾ ਫਲ ਲੱਗਣਾ ਹੈ, ਫੁੱਲ ਲੱਗਣੇ ਨਿਜੋ ਸਾਹਿਬ, ਉਹ ਤੇ ਫਰੂਟ ਤੇ ਲਾਸਟ ਤੇ। ਤੂੰ ਹਜੇ ਰੁੱਖ ਲਾਇਆ ਨਹੀਂ, ਤੂੰ ਕਹਿੰਦਾ ਹੁਣੇ ਫਲ ਲੱਗ ਗਈ, ਕਿੱਥੋਂ ਲੱਗ ਜੂ ਦੱਸੋ ਮੈਨੂੰ। ਕਹਿੰਦੇ ਲੋਕਾਂ ਨੂੰ ਲੱਗਣ ਦੇ। ਮੈਂ ਉਹਨਾਂ ਕਹਿੰਦਾ ਕਿਦੋਂ ਬੀਜਿਆ ਨਿਜਾ ਸਾਹਿਬ? ਅਸਕਰ ਕੋਈ ਫਸਲ ਬੀਜਦੇ ਆ 2-4 ਮਹੀਨੇ 6 ਮਹੀਨੇ ਟਾਈਮ ਤੇ ਇਹਦਾ ਹੈ ਨਾ ਵਕਬਾ, ਉਸ ਤੋਂ ਬਾਅਦ ਹੀ ਤੇ ਫਰੂਟ ਆਉਂਦਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਹੁਣ ਮੇਰੇ ਵਰਗਾ ਇੱਥੇ ਹਿਸਾਬ ਦਾ ਲਾ ਕੇ ਬੈਠਾ ਹੋਵੇ ਤੇ ਕਵੇ ਫਲ ਨਹੀਂ ਲੱਗਣ ਦਿਆ, ਫਲ ਕਿੱਥੋਂ ਲੱਗੇ? ਮੈਂ ਤੇ ਉਹਨੇ ਪੌਦਾ ਹੀ ਹੁਣੇ ਲਾਇਆ, ਇਹਨੂੰ ਪਾਣੀ ਪੂਣੀ ਪਾ ਭਰਾਵਾ। 2 ਸਾਲ 4 ਸਾਲ ਜਦ ਤੱਕ ਹੁਣ ਕੀਤਾ, ਕਿੱਦਾਂ ਦਾ ਫਲ ਤੂੰ ਬੀਜਿਆ? ਉਹਦਾ ਟਾਈਮ ਆ। ਇਹ ਥੋੜੀ ਕਿ ਹੁਣੇ ਬੀਜਿਆ ਤੇ ਹੁਣੇ, ਉਹ ਕਿਹੜਾ ਜਾਦੂ ਦਾ ਤਮਾਸ਼ਾ ਤੇ ਹੈ ਨਹੀਂ। ਪ੍ਰਕਿਰਤੀ ਤੇ ਕਹਿੰਦੀ ਏਦਾਂ ਦਾ ਕੋਈ ਸਿਸਟਮ ਨਹੀਂ ਹੈਗਾ, ਤੁਸੀਂ ਵੇਖ ਲਓ। ਨਾਲੇ ਗੋਰਖੀ ਸਾਹਿਬ ਤੇਰੀ ਧਰਤੀ ਕਿਹੋ ਜੀ ਆ, ਕਲਰ ਧਰਤੀ ਦੇ ਵਿੱਚ ਬੀਜੀ ਜਾ, ਕੁਛ ਨਹੀਂ ਹੁੰਦਾ। ਉੱਥੇ ਮਿਹਨਤ ਵੀ ਜ਼ਿਆਦਾ ਕਰਨੀ ਪੈਣੀ ਹੈ। ਬਿਲਕੁਲ ਠੀਕ ਹੈ ਨਿਜਰ ਸਾਹਿਬ, ਅੱਗੇ ਚਲੀਏ। ਕਬੀਰ ਪਾਟਨ ਤੇ ਊਜਰ ਭਲਾ, ਰਾਮ ਭਗਤ ਜਿਹ ਠਾਏ, ਰਾਮ ਸਨੇਹੀ ਬਾਹਰਾ, ਜੰਪੁਰ ਮੇਰੇ ਭਾਏ। ਕਬੀਰ ਜੀ ਕਹਿੰਦੇ ਆ ਪਿਆਰਿਆ ਦੇਖ ਲਾ, ਕਹਿੰਦੇ ਪਾਟਨ ਤੇ ਊਜਰ ਭਲਾ, ਕਹਿੰਦੇ ਪਾਟਨ ਕਹਿੰਦੇ ਸ਼ਹਿਰ, ਵਸਿਆ ਹੋਇਆ ਸ਼ਹਿਰ, ਹਰ ਚੀਜ਼ ਅਵੇਲੇਬਲ ਹੈ ਜਿੱਥੇ, ਹਰ ਚੀਜ਼ ਅਵੇਲੇਬਲ ਹੈਗਾ। ਕਹਿੰਦੇ ਉਹਦੇ ਨਾਲੋਂ ਮੈਂ ਕਹਿੰਦਾ ਹੈ ਕਿ ਮੈਨੂੰ ਉਜਾੜ ਚੰਗਾ ਹੈ ਭਾਈ। ਜੇ ਉੱਥੇ ਕਿਤੇ ਭਗਤੀ ਕਰਨ ਵਾਲਾ ਹੈਗਾ, ਰਾਮ ਭਗਤ ਭਗਤ ਜਿਹੜਾ ਹੈਗਾ ਤੱਤੇ ਨੂੰ ਮੁਕਤਾ ਹੈ ਤੱਤਾ, ਇਹ ਔਂਕੜ ਨਹੀਂ ਲੱਗੇ। ਔਂਕੜ ਹੋਏ ਤੇ ਇੱਕ ਭਗਤ, ਜੇ ਸਿਆਰੀ ਹੋਏ ਤੇ ਭਗਤੀ, ਤੇ ਕੁਛ ਵੀ ਨਾ ਲੱਗਿਆ ਹੋਏ ਤੱਤੇ ਨੂੰ ਤੇ ਉਹਦਾ ਮਤਲਬ ਹੁੰਦਾ ਆ ਬਹੁਤ ਸਾਰੇ ਭਗਤ। ਕਹਿੰਦੇ ਜਿੱਥੇ ਸਾਧ ਸੰਗਤ ਹੈਗੀ ਨਾ, ਬਸ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਜਿੱਥੇ ਹੈਗੇ, ਮੇਰੇ ਵਾਸਤੇ ਉਹ ਭਲੀ ਜਗ੍ਹਾ ਹੈ। ਪੈ ਰਿਹਾ ਉਜਾੜ ਜਗ੍ਹਾ ਭਲੀ ਹੈ, ਜਿੱਥੇ ਕਿ ਸੰਗਤ ਹੈਗੀ ਆ, ਸਾਧ ਸੰਗਤ ਹੈਗੀ, ਸਤ ਸੰਗਤ ਹੈਗੀ ਜਿੱਥੇ। ਇਹ ਮੈਨੂੰ ਸ਼ਹਿਰ ਨਾਲੋਂ, ਪਟਨਾ ਨਾਲ ਜਿਹੜਾ ਹੈਗੇ ਪਾਟਨ ਕਹਿੰਦੇ ਆ, ਜਿਹੜਾ ਦਰਿਆ ਦੇ ਕੰਢੇ ਤੇ ਹੋਏ ਉਹਨੂੰ ਕਹਿੰਦੇ, ਉਹਨੂੰ ਪਾਟਨ ਕਹਿੰਦੇ ਆ। ਤੇ ਕਹਿੰਦੇ ਮੈਨੂੰ ਜਿਹੜਾ ਹੈਗਾ ਉਹਦੇ ਨਾਲੋਂ ਮੈਨੂੰ ਉਜਾੜ ਚੰਗਾ ਹੈ ਜਿੱਥੇ ਸਾਧ ਸੰਗਤ ਹੈਗੀ। ਰਾਮ ਸਨੇਹੀ ਬਾਹਰਾ, ਰਾਮ ਨੂੰ ਪਿਆਰ ਕਰਨ ਵਾਲੇ, ਭਗਤੀ ਕਰਨ ਵਾਲੇ, ਪਰਮੇਸ਼ਰ ਨੂੰ ਪਿਆਰ ਕਰਨ ਵਾਲੇ, ਉਸ ਤੋਂ ਬਾਹਰ ਜੰਪੁਰ ਮੇਰੇ ਭਾਏ, ਮੇਰੇ ਭਾ ਦਾ ਭਾਈ ਜੰਮ ਦੀ ਪੂਰੀ ਹੈਗੀ। ਕਿਉਂਕਿ ਉਹਦੇ ਨਾਲੋਂ ਉਹ ਜਿਹੜੀ ਸ਼ਹਿਰ ਦੀ ਜਿਹੜੀ ਹੈਗੀ, ਸ਼ਹਿਰ ਦੀ ਚਹਿਲ ਪਹਿਲ ਜਿਹੜੀ ਹੈਗੀ, ਸ਼ਹਿਰ ਦੀ ਰੌਣਕ ਜਿਹੜੀ ਹੈ, ਸ਼ਹਿਰ ਦੇ ਪਦਾਰਥ ਜਿਹੜੇ ਹੈਗੇ, ਸ਼ਹਿਰ ਦੇ ਸੁੱਖ ਜਿਹੜੇ ਹੈਗੇ, ਉਹਨਾਂ ਨੇ ਸਿੱਧੇ ਜੰਮਪੁਰੀ ਲੈ ਜਾਣਾ ਹੈ, ਪਰਮੇਸ਼ਰ ਨੂੰ ਭੁਲਾ ਦੇਣਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਦੇਖੋ ਫਿਰ ਨੁਕਤੇ ਦੀ ਗੱਲ ਹੋਈ ਜੇ। ਇੱਕ ਤਰਫ ਕਹਿੰਦੇ ਆ ਕਿ ਪੂਰੀ ਫੈਸਿਲਿਟੀ ਹੋਵੇ, ਫੈਸਿਲਿਟੀ ਇੱਕ ਸਾਈਡ ਤੇ ਕਹਿੰਦੇ ਕਿ ਲਿਮਿਟਡ ਫੈਸਿਲਿਟੀ। ਦੂਸਰੀ ਤਰਫ ਪਲੀਜ਼ ਇਹ ਥੋੜਾ ਜਿਹਾ ਡੀਪ ਮੀਨਿੰਗ ਕੱਢਦੇ ਆਪਾਂ। ਜੇਕਰ ਕੇਵਲ ਭੀੜ ਹੀ ਇਕੱਠੀ ਹੈ ਤੇ ਅਸੀਂ ਆਪਣੇ ਆਪ ਨੂੰ ਉਸ ਭੀੜ ਦਾ ਹਿੱਸਾ ਬਣਾ ਕੇ ਬੜੇ ਖੁਸ਼ ਹਾਂ, ਫਿਰ ਸਾਡੇ ਵਰਗਾ, ਸਾਡੇ ਤੋਂ ਵੱਡਾ ਕੋਈ ਮੂਰਖ ਨਹੀਂ ਹੈ। ਇਸ ਬਾਣੀ ਦੇ ਵਿੱਚ ਆਪ ਨੇ ਇੱਕ ਚੀਜ਼ ਨੂੰ ਨੋਟਿਸ ਕੀਤਾ ਹੋਊਗਾ ਕਿ ਬਾਣੀ ਸਾਨੂੰ ਇੰਡੀਵਿਜੂਅਲ ਕਰਕੇ ਰੱਖ ਕੇ ਖੁਸ਼ ਹੈ। ਉਹ ਸਾਨੂੰ ਆਪਣਾ ਕੰਟਰੋਲ ਆਪਣੇ ਹੱਥਾਂ 'ਚ ਲਿਆਉਣ ਲਈ ਕਹਿੰਦੀ ਹੈ, ਤੇ ਸੰਗਤ ਵੀ ਉਹ ਕਰਨ ਵਾਸਤੇ ਕਹਿੰਦੀ ਆ ਕਿ ਜਿਹੜੀ ਸੱਚੀ ਇਸ ਗੁਣ ਦੇ ਲਾਇਕ ਹੈ, ਜਿੱਥੇ ਰਹਿਣ ਦੇ ਨਾਲ ਮਲੀਨਤਾ ਦੂਰ ਹੋ ਰਹੀ ਆ, ਔਰ ਜਿੱਥੇ ਹਰ ਦੇ ਜਸ ਗਾਏ ਜਾ ਰਹੇ ਨੇ, ਨਾ ਕਿ ਕਿਸੇ ਦੇਵੀ ਦੇਵਤੇ ਜਾਂ ਕਿਸੇ ਮਨੁੱਖ ਦੇ। ਇਸ ਚੀਜ਼ ਨੂੰ ਆਪ ਪਲੀਜ਼ ਅੰਡਰਸਟੈਂਡ ਕਰੋ। ਜਿੱਥੇ ਵੀ ਸੰਗਤ ਨੂੰ ਸਮਝਾਇਆ ਹੈ, ਸਾਨੂੰ ਗਿਆਨ ਦਿੱਤਾ ਗਿਆ ਕਿਹੜੀ ਸੰਗਤ ਕਰਨੀ ਆ, ਜਿੱਥੇ ਕੇਵਲ ਰੱਬ ਦੀ ਗੱਲ ਹੋ, ਰੱਬ ਤੋਂ ਇਲਾਵਾ ਕੋਈ ਆਪਣੀ ਸੋਭਾ ਦੀ ਗੱਲ ਨਾ ਹੋਵੇ। ਕੋਈ ਬੰਦਾ ਆਪਣੇ ਆਪ ਨੂੰ ਕੋਈ ਏਦਾਂ ਦਾ ਏਜੰਟ ਨਾ ਬਣਾ ਕੇ ਬਹਿ ਜੇ
ਮੁੜ ਕੇ ਉਹ ਲੋਕ ਉਹਦਾ ਹੀ ਪੂਜਾ ਕਰਨਾ ਸ਼ੁਰੂ ਦੇਣ। ਤੇ ਜਦੋਂ ਦੀ ਪੂਜਾ ਕਰੋਗੇ ਫਿਰ ਉਹਨੂੰ ਵੀ ਇੱਕ ਰੋਗ ਲੱਗ ਜਾਣਾ, ਬਿਮਾਰੀ ਲੱਗ ਜਾਣੀ, ਕੋਈ ਭਰਮ ਪੈ ਜਾਣਾ। ਇਹ ਬਾਣੀ ਦੇ ਵਿੱਚ ਇਹ ਚੀਜ਼ ਨੂੰ ਬੜਾ ਚੰਗੀ ਤਰ੍ਹਾਂ ਸਮਝਾਇਆ। ਠੀਕ ਹੈ ਜੀ। ਹਾਂਜੀ ਨਿਜਾ ਸਾਹਿਬ, ਹਾਂਜੀ ਕਹਿਣਾ ਚਾਹੁੰਦੇ? ਨਹੀਂ, ਠੀਕ ਹੈ ਜੀ, ਬਿਲकुल। अगला शब्द आया श्लोक, कबीर गंग जमन के अंतरे सहज सुन के घाट, तहाँ कबीर मठ किया खोजत मुनिजन बाट। कबीर जी कहते गंगा ते जमुना जिहड़ी हैगी आ, कहते घाट आ एक, तेरे अंदर भी घाट है जिथे तू सुरत टिकाउणी आ। इड़ा पिंगला सुख मना सुन, जिथे विचार बंद हो जाते, सहज अवस्था कहते उन्होंने, उत्थे जाके कहते मट करना है। मैं तो मट उत्थे कर लिया भाई, मट कहते आ मैं तो अपना जिहड़ा हैगा टीन टब्बर उत्थे जिहड़ा हैगा लैके टिक गया जाके। तहाँ कबीरा मट किया, कहते मैं तो अपना विश्राम उस जगह ते कर लिया। खोजत मुनिजन बाट, कहते मुनि जिहड़े हैगे, जिहड़े 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 साधु संत जिहड़े हैगे, जिहड़े इस रस्ते दे पांधी हैगे, कहते वो यात्रा कर रहे आ, खोज रहे आ ਉਹਦੇ रस्ते, उस रस्ते ਨੂੰ, उस घाट ਨੂੰ। है घाट औखा, ਉੱਪਰ चढ़ना पैंदा है। कबीर गंग जमन के अंतरे सहज सुन के घाट। ਇਹ ਜਿਹੜਾ ਹੈਗਾ ਇੱਕ ਆਪਣੇ ਕੋਲ ਜਿਹੜੀ ਹੈਗੀ ਸ਼ਕਤੀ ਜਿਹੜੀ ਹੈ ਦੋ ਟਾਈਪ ਦੀ ਹੁੰਦੀ ਹੈ। ਇੱਕ ਜਿਹੜੀ ਹੈਗੀ ਆ ਗਰਮ ਤੇ ਇੱਕ ਠੰਡੀ, ਤੇ ਦੋਨਾਂ ਨੂੰ ਸਮ ਕਰਨਾ ਪਊਗਾ। ਤੇ ਉੱਥੇ ਜਿਹੜਾ ਹੈਗਾ ਫਿਰ ਜਿਹੜਾ ਪਿੰਗਲਾ ਸੁਖ ਮਨਾ, ਉਹ ਮਨ ਜਿਹੜਾ ਹੈਗਾ ਉੱਥੇ ਟਿਕਦਾ ਆ। ਜਦ ਸੁਰਤ ਜਿਹੜੀ ਆ ਉਸ ਜਗ੍ਹਾ 'ਤੇ ਟਿਕਾਵਾਂਗੇ। ਮਨ ਕੀ ਹੈ? ਸੁਰਤ ਨੂੰ ਟਿਕਾਉਣਾ ਹੈ। ਮਨ ਦੇ ਵਿੱਚ ਵਿਚਾਰ ਬੰਦ ਕਰਨੇ ਆ। ਸੁਣ, ਪਰਮੇਸ਼ਰ ਵੀ ਸੁਣ ਹੈਗਾ ਪਾਏ। कबीर गंग जमन के अंतरे सहज सुन के काट, तहाँ कबीर मठ किया खोजत मुंजन बाट। कहते मेरा तो उस जगह ते, मैं तो उस जगह ते पाई आया भगती, उस जगह ते मेरा टिकाणा हैगा, मैनू वो जगह लभ गई है। हाँ जी वीर जी। ठीक है जी। ये ਤੁਹਾਡੇ ਅੰਦਰ ਦੀ ਅਵਸਥਾ ਦੀ ਗੱਲ ਕਰਦੇ ਆ। ਉਹ ਕਹਿੰਦੇ ਆ ਕਿ ਜਿਹੜੀ ਜਮਨਾ ਤੇ ਗੰਗਾ ਨਾ, ਉਹਦੇ ਵਿੱਚ ਇੱਕ ਸੈਂਟਰ ਪੁਆਇੰਟ ਹੈ। ਦੇਖੋ ਆਪ ਅੰਡਰਸਟੈਂਡ ਕਰੋ। ਜਿੱਦਾਂ ਜਮਨਾ ਤੇ ਗੰਗਾ ਦੇ ਵਿੱਚ ਇੱਕ ਸੈਂਟਰ ਪੁਆਇੰਟ ਆ, ਉਸੇ ਤਰ੍ਹਾਂ ਈੜਾ ਤੇ ਪਿੰਗਲਾ ਵਿੱਚ ਇੱਕ ਸੈਂਟਰ ਪੁਆਇੰਟ ਆ। ਉਸੇ ਹੀ ਤਰ੍ਹਾਂ ਭੂਤਕਾਲ ਅਤੇ ਭਵਿੱਖ ਕਾਲ ਦੇ ਵਿੱਚ ਇੱਕ ਵਰਤਮਾਨ ਕਾਲ ਰੂਪੀ ਸੈਂਟਰ ਹੈ, ਜਿਹਨੂੰ ਸਹਿਜ ਕਹਿ ਲਓ। ठीक है। फिर मैं तुक पढ़दा, कबीर गंगा जमुना के अंतरे सहज सुन के काट। देखो कहते कि गंगा ते जमुना, ईड़ा पिंगला कह लो, ये विचकार एक जो मन साम हो जाता ना, तुहाडियां दोनों नासकां चलणियां ने, सज्जी ते खब्बी। उस अवस्था दे विच की हुंदा कि ट्रांजिट हुंदा है कि तुसीं ਜਦੋਂ ਸ਼ਿਫਟ ਗੇਅਰ ਸ਼ਿਫਟ ਕਰਦੇ ਜੋ, ਜਦੋਂ ਆਪਾਂ ਗੇਅਰ ਸ਼ਿਫਟ ਕਰਦੇ ਆ ਨਾ, ਤੇ ਉੱਥੇ ਵੇਖੋ ਨਿਜਾ ਸਾਹਿਬ ਨਿਊਟਰਲ ਹੋ ਜਾਂਦਾ ਨਾ ਗੇਅਰ। ਬਿਲਕੁਲ। ਆਪਾਂ ਨਾਰਮਲੀ ਕਾਰ, ਮੈਂ ਟੈਕਨੀਕਲੀ ਗੱਲ ਕਰਦਾ, ਜਦੋਂ ਆਪਾਂ ਕਾਰ ਦਾ ਗੇਅਰ ਚੇਂਜ ਕਰਦੇ ਆ ਨਾ, ਉੱਥੇ ਇੱਕ ਟਾਈਮ ਹੁੰਦਾ। ਬਿਲਕੁਲ। ਉਹ ਨਿਊਟਰਲ ਹੋ ਜਾਂਦੀ ਹੈ। ਹਾਂ, ਟਰਾਂਸਮਿਸ਼ਨ ਤੋਂ ਜਿਹੜਾ ਹੈਗਾ ਟਾਇਰਾਂ ਤੋਂ ਕਨੈਕਸ਼ਨ ਕੱਟ ਕੇ ਤਾਂ ਅਗਲੇ ਗੇਅਰ 'ਚ ਪੈਂਦੀ ਹੈ ਗੱਡੀ। ਹਾਂਜੀ ਬਿਲਕੁਲ ਸਹੀ। ਆਪਣਾ ਗੇਅਰ ਅੱਗੇ ਪਿੱਛੇ ਪਈ ਜਾਂਦਾ, ਅਗਲਾ ਕਿਤੇ ਪਿਛਲਾ। ਆਪਾਂ ਇੱਦਾਂ ਹੀ ਕਰੀ ਫਿਰਦੇ ਆ, ਆਪਣੀ ਸੁਰਤੀ ਨੂੰ ਵਿਚਾਰ ਕਿਤੇ ਅੱਗੇ ਖਿੱਚ ਕੇ ਲੈ ਜਾਂਦੇ, ਕਿਤੇ ਪਿੱਛੇ ਲੈ ਜਾਂਦੇ। ਪਰ ਕਿਤੇ ਜਦੋਂ ਟੋਚਨ ਪਈ ਹੋਵੇ ਨਾ, ਵਿੱਚ ਇੱਕ ਟਾਈਮ ਮਿਲਦਾ, ਉਹ ਬ੍ਰੇਕ ਦੇ ਵਿੱਚ ਕੰਮ ਕੀਤਾ ਜਾ ਸਕਦਾ। ਸਹਿਜ ਕਹਿੰਦੇ ਉਹਨੂੰ, ਸੰਤ ਕਹਿੰਦੇ ਨੇ ਸਹਿਜ ਸਮਾਧੀ, ਸਾਧੂ ਸਹਿਜ ਸਮਾਧੀ ਬਣੀ। ਹੁਣ ਉੱਥੇ ਸੁਣ ਕੇ ਘਾਟ ਆ, ਇੱਕ ਅੱਡਾ ਆ। ਘਾਟ ਦਾ ਮਤਲਬ ਹੁੰਦਾ ਹੈ ਜਿੱਥੇ ਧੋਬੀ ਘਾਟ ਹੁੰਦਾ ਨਾ, ਫਿਲਮ ਹੈਗੀ ਨਿਜਾ ਸਾਹਿਬ, ਕੋਈ ਕਿਨਾਰਾ ਹੈ ਤੇ ਨਦੀ ਦੇ ਉੱਤੇ ਹੀ ਆ, ਪਰ ਉਹ ਸਟਾਪ ਪੁਆਇੰਟ ਹੈਗਾ ਧੋਬੀ ਘਾਟ। ਬਿਲਕੁਲ। ਇਸੇ ਤਰ੍ਹਾਂ ਕਹਿੰਦੇ ਕਿ ਇਹ ਦੋਨੋਂ ਵਰਤਮਾਨ ਕਾਲ ਦੇ ਵਿੱਚ ਜਿਹੜਾ ਰੂਪੀ ਇੱਕ ਘਾਟ ਹੈ, ਭਵਿੱਖ ਕਾਲ ਅਤੇ ਭੂਤ ਕਾਲ ਦੇ ਵਿੱਚ, ਇਹਦੇ ਵਿੱਚ ਆਪਾਂ ਰੁਕਣਾ। ਦੇਖੋ ਇੱਕ ਚੀਜ਼ ਆਪਾਂ ਅੰਡਰਸਟੈਂਡ ਕਰ, ਮਨੁੱਖ ਜੰਮਦਾ ਹੈ, ਮਰਦਾ ਹੈ, ਇਸ ਲਈ ਮਰਦਾ ਹੈ ਤਾਂ ਜੋ ਫਿਰ ਦੁਬਾਰਾ ਜਨਮ ਲਿਆ ਜਾਵੇ। ਇਹੋ ਹੀ ਕਿਰਿਆ।
ਵਰਤਮਾਨ ਕਾਲ ਜਿਹੜਾ ਹੈ ਬੜਾ ਇੰਪੋਰਟੈਂਟ ਹੈ। ਜਦ ਤੱਕ ਤੁਹਾਡੀ ਸੁਰਤੀ ਇੱਥੇ ਨਹੀਂ ਪਹੁੰਚਦੀ, ਸਮਝ ਲਓ ਕਿ ਹਜੇ ਦੀ ਘਾਟ ਤੇ ਨਹੀਂ ਜੇ ਪਹੁੰਚੀ, ਰਾਹ 'ਚ ਹੀ ਜੋ ਤਿਆਰੀ ਚੱਲ ਰਹੀ ਆ, ਉੱਥੇ ਪਹੁੰਚਣ ਦੇ ਲਈ ਇੱਕ ਅਲੱਗ ਚੀਜ਼ ਆ। ਇੱਕ ਮੰਜ਼ਿਲ ਦੇ ਵੱਲ ਗਤੀ ਕਰਨੀ, ਇੱਕ ਮੰਜ਼ਿਲ ਤੇ ਪਹੁੰਚ ਜਾਣਾ, ਦੋਨੋਂ ਹੀ ਡਿਫਰੈਂਟ ਚੀਜ਼ਾਂ ਨੇ। ਠੀਕ ਹੈ ਜੀ। ਜਦੋਂ ਆਪਾਂ ਹੁਣ ਵਿਚਾਰ ਕਰ ਰਹੇ ਹਾਂ, ਇਹਨੂੰ ਆਪਾਂ ਕਹਿੰਦੇ ਆ ਜਾਗਰਤ ਅਵਸਥਾ। ਠੀਕ ਹੈ ਜੀ। ਰਾਤੀ ਸੌਂ ਜਾਣਾ। ਹੁਣ ਜਿੱਦਾਂ ਸਾਡੇ ਰਾਤ ਹੋ ਰਹੀ ਆ, 9:05 ਹੋ ਗਏ, 5 ਚਲੋ ਕੁਛ ਅਬਾਊਟ 4 ਮਿੰਟ ਲਾ ਲਓ। ਜਦੋਂ ਟਾਈਮ ਹੋ ਜਾਣਾ ਸੀ ਸੌਂ ਜਾਣਾ, ਸੌਂ ਗਏ। ਸਪਨ ਅਵਸਥਾ, ਸੁਪਨਿਆਂ ਦਾ ਸੰਸਾਰ। ਮਨ ਕੀ ਕਰਦਾ ਹੈ, ਜਿਹੜੀਆਂ ਇਛਾਵਾਂ, ਜਿਹੜੀਆਂ ਕਾਮਨਾਵਾਂ, ਜਿਹੜੀਆਂ ਵਾਸਨਾਵਾਂ ਪੂਰੀਆਂ ਨਹੀਂ ਹੋਈਆਂ, ਇਹਨੇ ਕੀ ਕਰਨਾ, ਸੁਪਨਾ ਦਾ ਜਗਤ ਬਣਾ ਲੈਣਾ। ਸਭ ਕੁਛ ਝੂਠਾ ਦੇਖਣ ਨੂੰ। ਤੇ ਵੈਸੇ ਜਦੋਂ ਆਪਾਂ ਸੁੱਤੇ ਹੁੰਦੇ ਆ ਨਾ, ਇਹ ਸੰਸਾਰ ਝੂਠਾ ਹੋ ਜਾਂਦਾ ਵਾ। ਤੁਹਾਨੂੰ ਨਹੀਂ ਪਤਾ ਕਿ ਇਹ ਝੂਠ ਵੇਖ ਰਹੇ ਆ। ਨਿਜਰ ਸਾਹਿਬ, ਉਹ ਯਥਾਰਥ ਸੱਚ ਹੁੰਦਾ ਨਾ। ਬਿਲਕੁਲ। ਜਦੋਂ ਉੱਠਦੇ, ਉਹ ਮੇਰਾ ਇੱਕ ਵਾਰੀ ਦੰਦ ਨਿਕਲ ਗਿਆ ਸੁਪਨੇ ਦੇ ਵਿੱਚ। ਮੈਂ ਵੇਖਿਆ ਚਰਨ ਜੀ ਦੰਦ ਤੇ ਉੱਥੇ ਹੀ ਆ। ਮੈਂ ਹਾਂ ਸ਼ੁਕਰ ਹੈ ਭਰਾਵਾ, ਜਾਨ ਛੁੱਟ ਗਈ। ਪਤਾ ਨੀ ਕਿੱਥੇ ਕੰਧ ਕੁੰਧ ਚ ਨਾਲ ਦੀ ਲੱਗਦਾ ਥੋੜੀ ਥੋੜੀ ਮਾਰਤੀ ਕਿਸੇ ਜਾ ਕੇ, ਮੇਰਾ ਦੰਦ ਹੀ ਨਹੀਂ ਹੈਗਾ। ਮੈਂ ਉੱਠਿਆ ਤੇ ਮੈਨੂੰ ਹੌਸਲਾ ਮਿਲਿਆ। ਮੈਂ ਸ਼ੁਕਰ ਹੀ ਭਰਾਵਾ, ਉਹਦਾ ਸੁਪਨਾ ਸੀ, ਇਹ ਦੰਦ ਤੇ ਮੇਰਾ ਉੱਥੇ ਹੀ ਆ। ਉਹ ਕਈ ਵਾਰੀ ਸੁਪਨੇ ਚ ਏਦਾਂ ਲੱਗਦਾ ਉਹ ਮੇਰੇ ਵਰਗਾ ਰਾਜਾ ਬਣ ਕੇ ਬੈਠਾ ਹੋਵੇ। ਹੁਣ ਉਧਰ ਅੱਖ ਖੁੱਲ ਗਈ, ਉਹ ਕਹਿੰਦੇ ਭਰਾ ਨਿਆਣੇ ਦੀ ਫੀਸ ਤਾਰ, ਹੁਣ ਤੇ ਰਾਜਾ ਬਣਿਆ ਫਿਰਦਾ, ਮੈਂ ਰਾਜਾ ਬਾਹਰ। ਸੋ ਭਾਵਿਆ ਮਾਧੋ ਪਰਮ ਐਸਾ ਜੈਸਾ ਮਾਨੇ ਹੋਏ ਨਾ ਤੈਸਾ। ਬਿਲਕੁਲ ਮਾਧੋ ਪਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਜਿੱਦਾਂ ਮੰਨ ਲੈਂਦੇ ਆ, ਦੱਸ ਨਹੀਂ ਆ। ਹੁਣ ਇੱਕ ਮੈਨੂੰ ਕਹਿੰਦਾ ਵੀਰ ਜੀ, ਉਹ ਨਾ ਮੈਂ ਸੁਪਨੇ ਦੇ ਵਿੱਚ ਨਾ ਏਦਾਂ ਫਲਾਨਾ ਕੰਮ ਕੀਤਾ ਤੇ ਮੈਨੂੰ ਡਰ ਬੜਾ ਲੱਗਦਾ ਕਿਤੇ ਸੱਚ ਨਾ ਹੋ ਜੇ। ਮੈਂ ਸੁਪਨੇ ਚ ਤੂੰ ਕਈ ਵਾਰੀ ਰਾਜਾ ਬਣਿਆ? ਕਹਿੰਦਾ ਹਾਂ। ਤੇ ਮੈਂ ਫਿਰ ਤੂੰ ਰਾਜਾ ਬਣ ਗਿਆ ਸੀ? ਕਹਿੰਦਾ ਨਹੀਂ। ਤੇ ਮੈਂ ਫਿਰ ਤੂੰ ਏਦਾਂ ਕਿੱਦਾਂ ਸੋਚ, ਏਦਾਂ ਕਿੱਦਾਂ ਹੋ ਜੂ? ਤੋ ਸਾਡੇ ਮਨ ਦੇ ਅੰਦਰ ਭਰਮ ਹੈ, ਆਪਾਂ ਏਦਾਂ ਭਰਮ ਪੈਦਾ ਕਰ ਲੈਂਦੇ। ਅੱਛਾ, ਜਾਗਰਤ, ਸਪਨ ਤੇ ਸੁਖਾਪਤ। ਸੁਖਾਪਤੀ ਦਾ ਮਤਲਬ ਹੈਗਾ ਜਿਹਨੂੰ ਡੀਪ ਸਲੀਪ ਕਹਿੰਦੇ ਆ। ਜਿਹੜਾ ਬੰਦਾ ਡੀਪ ਸਲੀਪ ਚ ਨਹੀਂ ਜਾਂਦਾ, ਉਹ ਬੰਦਾ ਕਾਫੀ ਸਮਝ ਲਓ ਕਿ ਉਹਦੀ ਮਾਨਸਿਕ ਸਥਿਤੀ ਵਧੀਆ ਨਹੀਂ ਹੁੰਦੀ। ਉਹ ਵਿਚਾਰਾ, ਇਹਦਾ ਮਤਲਬ ਕਾਫੀ ਜ਼ਿਆਦਾ ਉਹਨੇ ਗੱਡੀ ਭਜਾ ਲਈ, ਹੁਣ ਗੱਡੀ ਰੋਕਦੀ ਨਹੀਂ ਪਈ ਉਹਦੀ। ਇਸ ਲਈ ਡੀਪ ਸਲੀਪ ਬਹੁਤ ਜ਼ਰੂਰੀ ਹੈ। ਡਾਕਟਰ ਜਦੋਂ ਥੱਕ ਜਾਂਦੇ ਨੇ, ਉਹ ਕਹਿੰਦੇ ਭਾਈ ਇਹਨੂੰ 2 ਗੋਲੀਆਂ, ਇਹ ਸੌਂ ਜੇ ਬਸ। ਉਹਨਾਂ ਕੋਲ ਕੋਈ ਹੱਲ ਨਹੀਂ ਹੈਗਾ ਵਿਚਾਰਿਆਂ ਕੋਲ। ਇਹਨੂੰ ਕਹਿੰਦੇ 4-5 ਦਿਨ ਸੌਣ ਦੋ। ਜਦੋਂ ਰੱਜ ਕੇ ਸੌ ਜਾਂਦਾ ਹੈ, ਡੀਪ ਸਲੀਪ ਚ ਸੁੱਤੀ ਬੈਠੀ ਰਹਿੰਦੀ, ਕੋਈ ਸੁਪਨਾ ਸਪਨਾ ਨਹੀਂ ਹੈਗਾ, ਤੇ ਵਿਚਾਰਾ ਬੰਦਾ ਸਹੀ ਹੋ ਜਾਂਦਾ। ਉਹਦੇ ਦਿਮਾਗ ਦੇ ਫੰਕਸ਼ਨ ਸਹੀ ਹੋ ਜਾਂਦੇ ਆ, ਕਿਉਂਕਿ ਆਤਮਾ ਦਾ ਸਪਰਸ਼ ਮਿਲ ਗਿਆ, ਚਾਹੇ ਅਗਿਆਤ ਰੂਪ ਚ। ਪਰ ਬਾਣੀ ਕਹਿੰਦੀ ਆ ਕਿ ਉੱਥੇ ਜਾਗਰਤ ਅਵਸਥਾ ਚ ਜਾਣਾ। ਤੇ ਫਿਰ ਉਹਨੂੰ ਕੀ ਕਹਿੰਦੇ ਆ ਆਪਾਂ? ਸੁਖਾਪਤੀ ਨੂੰ ਤੁਰਿਆ ਅਵਸਥਾ। ਤੁਰਿਆ, ਜਿੱਦਾਂ ਹੁਣ ਤੁਸੀਂ ਆਸ ਭਗਤੀ ਕਰਦੇ ਚਲੋ, ਇਹ ਸਭ ਸਾਰੀ ਗਤੀ ਤੁਹਾਡੀ ਤੁਰਿਆ ਅਵਸਥਾ ਤੱਕ ਪਹੁੰਚਦੀ ਹੈ। ਔਰ ਇਸ ਤੋਂ ਬਾਅਦ ਫਿਰ ਭਗਤੀ ਤੋਂ ਵੀ ਅੱਗੇ ਪਹੁੰਚ ਜਾਣਾ, ਹਰ ਵਰਗਾ ਹੋ ਜਾਣਾ। ਫਿਰ ਉੱਥੇ ਕੀ ਆ? ਉਹਨੂੰ ਕਹਿੰਦੇ ਅਤੁਰੀਆ। ਹੁਣ ਕੁਛ ਕਰਨ ਦੀ ਲੋੜ ਨਹੀਂ, ਸਹਿਜ ਅਵਸਥਾ ਹੋ ਗਈ, ਆਪਣੇ ਆਪ ਸਭ ਕੁਛ ਸੈਟਲਮੈਂਟ ਹੋ ਗਈ ਹੈ। ਜਿਹੜੇ ਤੱਤ ਸੀ ਉਹਨਾਂ ਨੂੰ ਉਹਨਾਂ ਦੇ ਸਰੋਤ ਚ ਲੀਨ ਕਰ ਦਿੱਤਾ। ਕਾਮ ਨੂੰ ਕਾਮ ਚ ਸੁੱਟਤਾ, ਕ੍ਰੋਧ ਨੂੰ ਕ੍ਰੋਧ ਚ ਸੁੱਟਤਾ, ਲੋਭ ਨੂੰ ਲੋਭ ਚ ਸੁੱਟਤਾ, ਮੋਹ ਨੂੰ ਮੋਹ ਚ ਸੁੱਟਤਾ, ਹੰਕਾਰ ਨੂੰ ਹੰਕਾਰ ਚ ਵਾਪਸ ਭੇਜਤਾ। ਇਹ 5 ਦੇ ਜਿਹੜੇ ਸਰੋਤ ਹਨ, ਕਹਿਣ ਤੋਂ ਭਾਵ ਇਹਨਾਂ ਦਾ ਇਸਤੇਮਾਲ ਕਰਨਾ ਬੰਦ ਕਰਤਾ। ਨਿਜਾ ਸਾਹਿਬ ਸੌਖਾ ਕੰਮ ਕਰਤਾ ਨਾ। ਬਿਲਕੁਲ। ਸਰੋਤ ਹੀ ਸੁੱਟ ਦੇਣਾ ਮਤਲਬ ਇਹਨਾਂ ਦਾ ਇਸਤੇਮਾਲ ਬੰਦ ਹੋ ਗਿਆ। ਤਾਈਓ ਕਬੀਰ ਜੀ ਕਹਿੰਦੇ ਮੈਂ ਫਿਰ ਜਦੋਂ ਇਹਨਾਂ ਨੂੰ ਵਾਪਸ ਰਿਵਰਟਸ ਕਰਤਾ, ਫਿਰ ਕੀ ਹੋਇਆ? ਗੇਅਰ ਪਾਤੇ ਹੀ, ਗੇਅਰ ਕੱਢਤੇ ਤੇ ਗੱਡੀ ਸ਼ਾਂਤ ਹੋ ਗਈ, ਗੱਡੀ ਸਹਿਜ ਚ ਆ ਗਈ ਹੈ, ਗੱਲ ਖਤਮ। ਫਿਰ ਤੇ ਆਪਣੇ ਆਪ ਹੀ ਫਿਰ ਰਾਮ ਕਬੀਰਾ ਏਕ ਭਏ। ਉਹ ਕਬੀਰ ਸਾਹਿਬ ਨੂੰ ਜੋ ਗੱਲ ਨੂੰ ਕਿਹਾ ਹੈ, ਉਹੀ ਗੱਲ ਇੰਨੀ ਆ, ਜਦੋਂ ਗੇਅਰ ਕੱਢਤੇ ਗੱਡੀ ਫਿਰ ਨਿਊਟਰਲ ਹੋ ਗਈ, ਗੱਡੀ ਬੰਦ ਹੋ ਗਈ, ਖਤਮ, ਐਂਡ ਦਾ ਸਟੋਰੀ। ਫਿਰ ਉਹ ਕਹਿੰਦੇ ਰਾਮ ਕਬੀਰਾ ਏਕ ਭਏ ਤੇ ਕੋਈ ਨਾ ਸਕੇ ਪਛਾਣੀ। ਉਹ ਜਦੋਂ ਉਹ ਚੀਜ਼ ਨੂੰ ਵਾਪਸ ਤੱਤ ਚ ਤਤਲੀਨ ਕਰਤਾ, ਤੇ ਜਦੋਂ ਮਨ ਨੂੰ ਉਹਦੇ ਸਰੋਤ ਚ ਸਥਿਰ ਕਰਤਾ, ਇੱਕਦਮ ਸਹਿਜ ਕਰਤਾ, ਬਿਲਕੁਲ ਜਿੱਦਾਂ ਹੁਣ ਤੁਸੀਂ ਦੇਖੋ, ਇੱਕ ਦੀਪਕ ਨੂੰ ਇੱਕ ਕਮਰੇ ਚ ਰੱਖੋ, ਦੀਪਕ ਚਾਲੂ ਕਰੋ, ਕੋਈ ਕਮਰੇ ਦੇ ਵਿੱਚ ਮੂਵਮੈਂਟ ਨਹੀਂ ਹੈ, ਤੇ ਉਹਦੀ ਲਾਈਟ ਵੇਖੋ, ਉਹ ਆਪਣੇ ਆਪ ਚ ਸਥਿਰ ਹੋ ਜਾਏਗੀ। ਉਹਨੂੰ ਕਹਿੰਦੇ ਸਵੈ ਅਸਥ, ਆਪਣੇ ਆਪ ਚ ਉਹ ਖਲੋਗੀ।
ਉਸੇ ਹੀ ਤਰ੍ਹਾਂ ਤੁਹਾਡੀ ਚੇਤਨਾ ਖਲੋ ਜਾਣੀ ਆ ਤੇ ਗੱਲ ਪੂਰੀ ਹੋ ਗਈ। ਭਰਮ ਭੁਰਮ ਅਗਿਆਨ ਅਵਿਦਿਆ ਸਭ ਖਤਮ ਹੋ ਜਾਏ। ਹਾਂਜੀ ਨਿਜਰ ਸਾਹਿਬ, ਆਪ ਕੁਝ ਕਹਿਣਾ ਚਾਹੁੰਦੇ? ਹਾਂਜੀ ਵੀਰ ਜੀ, ਇਹਦੇ ਵਾਸਤੇ ਜਿਹੜਾ ਹੈਗਾ ਨਾ, ਆਪਾਂ ਨੂੰ ਇਹਦੀ ਜਿਹੜੀ ਹੈਗੀ ਲਿਟਮਸ ਜਿਹੜਾ ਹੈਗਾ ਟੈਸਟ ਜਿਹੜਾ ਹੈਗਾ ਉਹ ਹੈਗਾ ਭਾਈ ਕਿ ਜਿਵੇਂ ਆਪਾਂ ਪੈਦਾ ਹੋਏ ਆ, ਮਾਲਕ ਨੇ ਜਿਵੇਂ ਆਪਾਂ ਨੂੰ ਦੁਨੀਆ 'ਚ ਭੇਜਿਆ ਆ ਬੱਚੇ ਵਾਂਗੂ, ਬੱਚਾ ਹਮੇਸ਼ਾ ਪ੍ਰੈਜ਼ੈਂਟ ਦੇ ਵਿੱਚ ਰਹਿੰਦਾ ਹੈ, ਉਹਦਾ ਪਾਸਟ ਫਿਊਚਰ ਨਹੀਂ ਹੁੰਦਾ ਬੱਚੇ ਦਾ। ਬਸ ਉਹ ਕੰਡੀਸ਼ਨ 'ਤੇ ਆਉਣਾ ਪਊਗਾ ਤਾਂ ਇਹ ਜਿਹੜੀ ਹੈਗੀ ਯਾਤਰਾ ਪੂਰੀ ਹੋਏਗੀ। ਹਾਂਜੀ ਵੀਰ ਜੀ। ਨਿਜਰ ਸਾਹਿਬ, ਅੱਜ ਦੀ ਸਮਾਪਤੀ ਕਰ ਦਈਏ? ਹਾਂਜੀ ਬਿਲਕੁਲ ਜੀ, ਉਹ ਅਰਦਾਸ ਕਰ ਦੇਣਾ ਜੀ ਉਹਨਾਂ ਦੀ। ਠੀਕ ਹੈ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸੰਕੇ ਮਾਫ ਕਰੋ। ਅੱਗੇ ਤੋਂ ਸਪਸ਼ਟ ਤੇ ਸਪਸ਼ਟ ਬਾਣੀ ਪੜ੍ਹਨ ਦੀ ਅਧਿਆਪਕ ਨਹੀਂ ਮੇਰੇ ਮਨ ਦੇ ਕਈਆਂ ਸੰਤਾਂ ਦੀ ਹਾਜ਼ਰੀ ਆਪਣੇ ਦਾਤੇ ਪ੍ਰਵਾਨ ਕਰਨੀ, ਘਰ ਵਿੱਚ ਸੁੱਖ ਸ਼ਾਂਤੀ ਅਤੇ ਦੇਹ ਨਿਰੋਗਤਾ ਬਖਸ਼ਣੀ, ਸ਼ੁਭ ਇਸ਼ਾਵਾਂ ਦੀ ਪੂਰਤੀ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਇਹ ਮੇਰੇ ਮਾਲਿਕ ਮਿਹਰ ਕਰੋ, ਜਿਹੜੇ ਵੀਰ ਜੀ ਸਰੀਰ ਦਾ ਤਿਆਗ ਕਰ ਗਏ ਹਨ, ਆਪ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੋ। ਵਾਹਿਗੁਰੂ 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 ਤਾਂ ਸੰਗਤ ਜੀ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ